साध संगत है सिर करमन की कर्मा। एक कर्म हुंदा है सानू संसार तो छुड़ा दिंदा है। एक कर्म नहीं सी करते अपनी मर्जी दे नाल, वो सानू बंध दिंदा कर्म। मैं नहीं कहंदा, मारी कहंदे कर्म करत बधे हंगमेव। अपने कीते कर्मां करके बजते जा रहे हैं। कर्म करन लग्या नहीं सोचता, ये कहंदा सौखा मैनूं इहदे विच, वडियाई मिलेगी मैनूं इहदे विच, पर नहीं। इहो कर्म जिहड़ा है इहदी एक घातक बन के गल की करदा है, इहदे जीवन दे नाल खलवाड़ करेगा, पर यह जीव नहीं सोचता। महापुरुष संसार में आउंदे ने, किस वास्ते आउंदे ने? जेलर दे कोल जेल हुंदी है, जेलर जेल विच कैदी हुंदे ने, जेलर दे कोल ओहदा ताला है, चाबियां ने ओहदे कोल। जेल नूं ताला मारिया दा, चाबियां जिहड़ियां जेलर दे कोल ने। जदों आज़ाद करना जेलर ने करना है, पर जड़े संत महापुरख ने आप मुक्त मुक्त करे संसार, नानक तिस जन को सदा नमस्कार। आप मुक्त कर, पहला आप वो आप जेलर ते मुक्त नहीं है, वो तो बजा जेल दे नाल, ताले ना बजा कि मैं किसी को रिहा करना है, मैं किसी को गल की कहण के अनुसार बंद भी करना है। पर महापुरख जड़े ने ये बंदी छोड़ने। वो संसार विच महापुरख आउंदे ने, वो आउंदे ने असल विच इहदे जीवन दी चाबियां जिहड़ियां ने अपने हाथ विच लैंदे ने कि इहनूं संसार रूपी जेल खाने विचों मैं सदा वास्ते आज़ाद कर देवां। पर जीव नहीं जानदा इस गल नूं। हमेशा वास्ते महापुरखां दा आउणा संसार इस करके है, जीव बदे कर्मां दे आउंदे ने, संत छडाउंदे आण के। जीव बदे कर्मां दे आउंदे ने, संत छडाउंदे आण के। जीव बदे कर्मां दे आउंदे ने, संत छडाउंदे आण के। जीव बदे कर्मां दे आउंदे ने, संत छडाउंदे आण के। जीव बदे कर्मां दे आउंदे ने, संत छडाउंदे आण के। जीव बदे कर्मां दे आउंदे ने, संत छडाउंदे आण के। जीव बदे कर्मां दे आउंदे ने, संत छडाउंदे आण के। जीव बदे कर्मां दे आउंदे ने, संत छडाउंदे आण के। प्यारे जी ये संत छडाउंदे आण के, प्यारे जी छडाउंदे आण के। प्यारे जी ये संत छडाउंदे आण के। प्यारे जी ये संत छडाउंदे आण के। जीव बदे कर्मां दे आउंदे ने, संत छडाउंदे आण के। जीव बदे कर्मां दे आउंदे ने, संत छडाउंदे आण के। जीव बदे कर्मां दे आउंदे ने, संत छडाउंदे आण के। जीव बदे कर्मां दे आउंदे ने, संत छडाउंदे आण के। पहली पातशाही महाराज जी ने स्वामी ਸਰੂਪਾਨੰਦ महाराज जी नंगली वालियां नूं सत्संग की तरफ ਤੋਰਿਆ। पहला तपस्या कराई और तपस्या करके
ਕੀ ਕੀਤਾ, ਪਰਮਾਤਮਾ ਦਾ ਸਾਖਸ਼ਾਤ ਹੋਇਆ। ਉਸ ਤੋਂ ਬਾਅਦ ਅਖੰਡ ਸਮਾਧੀ ਵਿੱਚ ਲੀਨ ਹੋਏ ਅਤੇ ਸੰਸਾਰ ਨੂੰ ਦੱਸ ਦਿੱਤਾ ਕਿ ਸੰਸਾਰ ਵਿੱਚ ਜੇ ਅਸੀਂ ਸੰਤ ਲਾਈਨ ਵਿੱਚ ਆਉਣਾ ਹੈ ਤਾਂ ਭਗਤੀ ਇੱਦਾਂ ਕਰਨੀ ਹੈ। ਇਹ ਨਹੀਂ ਹੈ ਲੋਕਾਂ ਦਾ ਚੰਗਾ ਚੋਖਾ ਖਾ ਕੇ ਅਤੇ ਐਸ਼ ਕਰਕੇ ਸੰਸਾਰ 'ਚੋਂ ਜਾਣਾ, ਪਰ ਇਹ ਹੱਡਾਂ 'ਚ ਬਹਿ ਜਾਂਦਾ ਹੈ। ਇਹ ਖਾਣਾ ਬੜਾ ਸੌਖਾ ਹੈ, ਜਦੋਂ ਇਹ ਜੁੜ ਕੇ ਮੰਜੀ 'ਤੇ ਪੈ ਜਾਏਗਾ ਫਿਰ ਮੁੜ ਕੇ ਕੋਸੇਗਾ, ਪਰ ਇਹਨੂੰ ਫਿਰ ਵੀ ਨਹੀਂ ਪਤਾ ਕਿ ਮੇਰਾ ਹੀ ਕਸੂਰ ਹੈ। ਕਬੀਰ ਸਾਹਿਬ ਨੇ ਕੀ ਕਿਹਾ, ਕਬੀਰਾ ਗਿਰੀ ਕਾ ਟੁਕੜਾ ਬੁਰਾ, ਕਮਾਈ ਕਰਕੇ ਆਪਣੇ ਬੱਚਿਆਂ ਦੇ ਮੂੰਹ ਖੋ ਖੋ ਕੇ ਜੀਵ ਜਿਹੜਾ ਇੱਥੇ ਸੇਵਾ ਸਾਨੂੰ ਦਿੰਦੇ ਆ। ਇਹ ਨਹੀਂ ਇੱਥੇ ਹੀ ਦਿੰਦੇ ਨੇ, ਹਰੇਕ ਜਗ੍ਹਾ ਜਿੱਥੇ ਗੱਲ ਕੀ ਸੇਵਾ ਕਰਦੇ ਆ, ਜਿੱਥੇ ਕਿ ਇਹਦੀ ਆਸਥਾ ਹੈ ਉੱਥੇ ਗੱਲ ਕੀ ਜੀਵ ਜਿਹੜੇ ਸੇਵਾ ਕਰਨ ਵਾਸਤੇ ਜਾਂਦੇ ਨੇ। ਆਪਣੇ ਪੇਟ ਨੂੰ ਵੱਢ ਕੇ ਆਪਣੇ ਬੱਚਿਆਂ ਦੇ ਮੂੰਹ ਨੂੰ ਵਿੱਚੋਂ ਕੱਢ ਕੇ ਕੀ ਕਰਦੇ ਨੇ, ਉਹ ਜਾ ਕੇ ਸੇਵਾ ਵਾਸਤੇ ਗੱਲ ਕੀ ਉਹ ਆਪਣਾ ਧਰਮ ਨਿਭਾਉਂਦੇ ਨੇ। ਕਿਉਂ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕੀਤਾ, ਲਿਖਿਆ ਸੀ, ਗੋਲਕ ਜੋ ਰਾਖੇ ਨਹੀਂ ਛਲਕਾ ਕਰੇ ਵਪਾਰ, ਕਹੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ। ਗੋਲਕ ਜੋ ਰਾਖੇ ਨਹੀਂ, ਆਪਣੇ ਪਰਿਵਾਰ ਵਾਸਤੇ ਗੋਲਕ ਲਾਈ ਹੋਈ ਹੈ, ਪਰ ਗੁਰੂ ਦੀ ਗੋਲਕ ਨਹੀਂ ਹੈ। ਗੁਰੂ ਵਾਸਤੇ ਕੁਛ ਵੀ ਨਹੀਂ ਹੈ। ਅਗਲਾ ਜਨਮ ਆਉਣਾ ਹੈ, ਕਿਉਂ? ਜੇ ਇਹਨਾਂ ਹੱਥਾਂ ਇੱਕ ਜਨਮ 'ਚ ਇਹਦੀ ਮੁਕਤੀ ਨਹੀਂ ਹੋਣੀ, ਮੁੜ ਕੇ ਫਿਰ ਜਨਮ ਮਿਲਣਾ ਹੈ। ਅਸੀਂ ਡਾਕਟਰ ਕੋਲ ਗਏ ਦਵਾਈ ਲੈਣ ਵਾਸਤੇ, ਇਹ ਨਮੀਸ਼ ਮੇਰੇ ਨਾਲ ਸੀ। ਜਿੱਥੇ ਮੈਨੂੰ ਬਿਠਾਇਆ ਉੱਥੇ ਡਾਕਟਰ ਦਾ ਨਜ਼ਰ ਪੈ ਰਹੀ ਸੀ ਕਿ ਡਾਕਟਰ ਵੇਖ ਲਵੇ ਅਤੇ ਸਾਨੂੰ ਉਡੀਕ ਨਾ ਕਰਨੀ ਪਏ। ਉੱਥੇ ਕੀ ਸੀ, ਇੱਕ ਛੋਟਾ ਜਿਹਾ ਕਮਰਾ ਸੀ ਅਤੇ ਕਮਰਾ ਬਾਹਰੋਂ ਓਪਨ ਸੀ ਅਤੇ 3 ਪਾਸਿਓਂ ਬੰਦ ਸੀ। ਉੱਤੇ ਪੱਖਾ ਲੱਗਾ ਹੋਇਆ ਹੈ, ਥੱਲੇ ਕੁੱਤਾ ਹੈ, ਉਹ ਡੱਬ ਖੜੱਬਾ ਜਿਹਾ ਕੁੱਤਾ ਸੀ, ਉਹ ਲੰਮੇ ਪਿਆ ਸੁੱਤਾ ਹੈ, ਪੱਖਾ ਚੱਲ ਰਿਹਾ ਹੈ। ਉਹ ਕੀ ਹੈ, ਮੈਂ ਵੇਖਿਆ ਅਤੇ ਮੈਨੂੰ ਇਹ ਨਮੀਸ਼ ਨੇ ਵੇਖ ਲਿਆ ਵੀ ਕੁੱਤੇ ਵਾਲੇ ਵੇਖ ਰਹੇ ਨੇ। ਕਹਿੰਦੇ ਜਨਰੇਟਰ ਵੀ ਛੋਟਾ ਜਿਹਾ ਰੱਖਿਆ ਇਹਨਾਂ ਨੇ। ਉਸੇ ਡਾਕਟਰ ਦੀ ਗੱਲ ਕਰਨ ਦੇ ਹੈ। ਕਹਿੰਦੇ ਜਨਰੇਟਰ ਵੀ ਰੱਖਿਆ ਹੋਇਆ ਹੈ, ਜਦੋਂ ਬੱਤੀ ਚਲੇ ਜਾਣੀ ਹੈ ਪੱਖੇ ਨੇ ਜਨਰੇਟਰ ਨੇ ਚੱਲ ਪੈਣਾ ਹੈ, ਔਰ ਕੁੱਤੇ ਨੂੰ ਗੱਲ ਕੀ ਹਵਾ ਜਿਹੜੀ ਥੱਲੇ ਛੋਟਾ ਜਿਹਾ ਕੂਲਰ ਸੀ ਉਹਦੀ ਆਉਂਦੀ ਜਾਣੀ ਹੈ। ਹੁਣ ਮੈਂ ਇਹਨੂੰ ਇਸ਼ਾਰਾ ਕੀਤਾ, ਮੈਂ ਕਿਹਾ ਦੇਖ ਬੇਟਾ, ਇਹਨੇ ਸੇਵਾ ਨਹੀਂ ਕੀਤੀ, ਇਹਨੇ ਸੇਵਾ ਨਹੀਂ ਕੀਤੀ, ਇਹ ਗੱਲ ਨਾਮ ਨਹੀਂ ਜਪਿਆ, ਅਤੇ ਕੀ ਕੀਤਾ ਹੈ, ਇਹਨੇ ਪੈਸੇ ਨਾਲ ਸੇਵਾ ਕੀਤੀ ਹੋਈ ਹੈ। ਪੈਸੇ ਨਾਲ ਸੇਵਾ ਕੀਤੀ ਹੈ। ਉਹ ਵੀ ਕੁੱਤੇ ਨੇ ਜਿਹੜੇ ਮੱਖੀਆਂ ਤੋਂ ਡਰਦੇ, ਟੋਆ ਪੁੱਟ ਪੁੱਟ ਕੇ ਕਦੀ ਕਿਤੇ ਜਾ ਕੇ ਆਪਣਾ ਆਪ ਲਕਾਉਂਦੇ ਨੇ, ਜਿਹਨਾਂ ਚਿੱਚੜ ਚੰਬੜੇ ਹੋਏ ਨੇ। ਉਹ ਵੀ ਕੁੱਤੇ ਨੇ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ, ਟੁਕੜਾ ਮੰਗਣ ਵਾਸਤੇ ਉਹ ਘਰ ਜਾਣਾ ਪੈਂਦਾ, ਅੱਗੋਂ ਡੰਡੇ ਪੈਂਦੇ ਨੇ। ਪਰ ਇਹ ਕੁੱਤੇ ਜਿਹੜੇ ਨੇ, ਇਹ ਵੀ ਕੁੱਤੇ ਦੇ ਜਨਮ ਵਿੱਚ ਆ ਕੇ ਸੁੱਖ ਲੈ ਰਿਹਾ। ਇਹਨੇ ਕੀ ਕਰਮ ਕੀਤਾ ਹੈ, ਨਾਮ ਨਹੀਂ ਜਪਿਆ। ਧਿਆਨ ਦੇਣਾ ਇਸ ਗੱਲ ਵੱਲ। ਇਹਨੇ ਸਿਮਰਨ ਨਹੀਂ ਕੀਤਾ, ਗੁਰੂ ਧਾਰਨ ਕਰਕੇ ਗੁਰੂ ਦੇ ਵਚਨ 'ਚ ਬੱਝਿਆ ਨਹੀਂ, ਅਤੇ ਕੀ ਕੀਤਾ ਹੈ, ਆਪਣੀ ਮਰਜ਼ੀ ਨਾਲ ਸੇਵਾ ਕਰਦਾ ਰਿਹਾ ਹੈ, ਸੇਵਾ ਦਾ ਫਲ ਲੈ ਰਿਹਾ ਹੈ। ਜਦੋਂ ਸੇਵਾ ਦਾ ਫਲ ਖਤਮ ਹੋ ਗਿਆ, ਮੁੜ ਕੇ 84 ਲੱਖ ਜੂਨ ਦਾ ਗੱਲ ਕੀ ਗੇੜ 'ਤੇ ਪੈ ਹੀ ਗਿਆ ਇਹਨੂੰ, ਜਿਹੜਾ ਕੁੱਤੇ ਦੀ ਜੂਨ 'ਚ ਆ ਗਿਆ। ਜੇ ਨਾਮ ਲੈ ਕੇ ਨਾਮ ਜਪਿਆ ਜਾਂਦਾ, ਨਾਮ ਦੀ ਉੱਤੇ ਮੋਹਰ ਲੱਗ ਜਾਂਦੀ, ਅਤੇ ਮਨੁੱਖੀ ਜਨਮ ਦਾ ਹੱਕਦਾਰ ਬਣ ਜਾਂਦਾ। ਇਹ ਮਨੁੱਖੀ ਜਨਮ ਦਾ ਹੱਕਦਾਰ ਬਣ ਜਾਂਦਾ। ਮਨੁੱਖ ਜਨਮ 'ਚ ਆਉਂਦਾ, ਦੁੱਖ ਭੋਗਦਾ, ਮੂੰਹੋਂ ਕਿਸੇ ਨੂੰ ਕਹਿ ਸਕਦਾ ਸੀ ਮੈਂ ਦੁਖੀ ਹਾਂ, ਪਰ ਇਹ ਕੁੱਤਾ ਹੈ, ਇਹਦੀ ਤਾਂ ਬੋਲੀ ਕੁੱਤਾ ਹੀ ਸਮਝੇਗਾ। ਇਸ ਸੰਸਾਰ ਦੇ ਅੰਦਰ ਆ ਕੇ ਹੁਣ ਮਹਾਰਾਜ ਜੀ ਨੇ ਕੀ ਕੀਤਾ ਹੈ, ਮਹਾਰਾਜ ਜੀ ਨੇ ਕੀਤਾ ਕਿ ਨੰਗਲੀ ਵਾਲੇ ਮਹਾਰਾਜ ਨੇ ਇੰਨੀ ਤਪੱਸਿਆ ਕੀਤੀ, ਤੁਸੀਂ ਸੁਣਿਆ ਅੱਗੇ ਕੈਸਟਾਂ ਵਿੱਚ, ਵੀਡੀਓ ਸੁਣਦੇ ਰਹੇ ਹੋ ਤੁਸੀਂ। ਜੇ ਜਿਹੜਾ ਕੋਈ ਸੁਣਦਾ ਹੈ ਪਤਾ ਤਾਂ ਉਹਨੂੰ ਲੱਗੇਗਾ, ਜਿਹੜਾ ਨਹੀਂ ਸੁਣਦਾ ਉਹ ਖਾਲੀ ਦਾ ਖਾਲੀ ਰਹਿ ਜਾਏਗਾ। ਪਿਆਰੀ ਸਾਧ ਸੰਗਤ, ਇੰਨੀ ਤਪੱਸਿਆ ਕੀਤੀ ਜਿਹਨੂੰ ਵੇਖ ਕੇ ਲੋਕੀ ਕੰਬ ਗਏ। ਅੱਜ ਵੀ ਅਸੀਂ ਪੜ੍ਹ ਕੇ ਸਾਡਾ ਦਿਲ ਡਰਦਾ ਹੈ, ਪਰ ਉਹ ਹਿਰਦੇ ਪਖਾਣ ਨੇ, ਪੱਥਰ ਨੇ, ਜਿਹੜੇ ਪੜ੍ਹ ਕੇ ਵੀ ਗੱਲ ਕੀ ਉਹਨਾਂ ਨੂੰ ਅਕਲ ਨਾ ਆਵੇ,
ਉਹ ਇਨਸਾਨ ਨਹੀਂ, ਉਹ ਹੈਵਾਨ ਦੇ ਰੂਪ 'ਚ ਗੜਕੀ ਪ੍ਰਗਟ ਹੋਣਗੇ। ਫਿਰ ਇਹ ਮੈਂ ਨਹੀਂ ਕਹਿੰਦਾ ਹੈਗਾ, ਉਹਨਾਂ ਦਾ ਕਰਮ ਹੀ ਕਹਿ ਰਿਹਾ। ਪਸ਼ੂ ਬਣ ਕੇ ਆਉਣਗੇ ਫਿਰ, ਜਿਨ੍ਹਾਂ ਨੇ ਮਨੁੱਖੀ ਜਨਮ ਦੇ ਧਰਮ ਨੂੰ ਜਾਣਿਆ ਨਹੀਂ। ਪਰ ਉਹਨਾਂ ਨੇ ਕੀ ਕੀਤਾ, ਉਹਨੂੰ ਸਮਾਧੀ ਅਵਸਥਾ ਵਿੱਚੋਂ ਬਾਹਰ ਕੱਢਿਆ। ਜਿੰਨੀ ਸੰਗਤ ਸੀ ਸਾਰੀ ਡਰ ਗਈ ਵੇਖ ਕੇ, ਰੋਣ ਲੱਗ ਪਏ। ਹਾਲਾਂ ਟੇਰੀ ਸ਼ਹਿਰ ਜਿਹੜਾ ਸੀ ਉਹਨਾਂ ਦਾ ਜਨਮ ਸਥਾਨ ਸੀ, ਉੱਥੇ ਗਲਕੀ ਪਹਿਲੀ ਪਾਤਸ਼ਾਹੀ ਮਾਰੀ ਸੰਗਤ ਕਾਫੀ ਸੀ, ਅਤੇ ਉਹਨਾਂ ਦਾ ਸੰਗਤਾਂ ਦਾ ਪਿਆਰ ਕਿਹਦੇ ਨਾਲ ਸੀ? ਸਵਾਮੀ ਸਰੂਪਾਨੰਦ ਨਾਲ ਤੇ ਵੀ ਹੈ ਸੀ, ਮਾਰੇ ਨਾਲ ਤੇ ਹੈ ਸੀ, ਪਹਿਲੀ ਪਾਤਸ਼ਾਹੀ ਨਾਲ ਵੀ, ਕਿਉਂਕਿ ਉਹਨਾਂ ਦੇ ਅਨੁਯਾਈ ਸਨ। ਪਰ ਉਹਨਾਂ ਨਾਲ ਕਿਉਂ ਪਿਆਰ ਸੀ ਕਿ ਇਹ ਸਾਡੇ ਗੁਰੂ ਮਹਾਰਾਜ ਦਾ ਸੇਵਕ ਹੈ, ਸਾਡਾ ਗੁਰ ਭਾਈ ਹੈ, ਔਰ ਸਾਡੇ ਗੁਰੂ ਮਹਾਰਾਜ ਸੇਵਾ ਬੜੀ ਕੀਤੀ ਇਹਨਾਂ ਨੇ। ਅਤੇ ਵਚਨ ਮੰਨ ਕੇ ਘਰ ਛੱਡ ਕੇ ਕੀ ਕੀਤਾ, ਇਹ ਸਮਾਧੀ ਅਵਸਥਾ ਵਿੱਚ ਗਏ ਨੇ। ਸਾਰਿਆਂ ਫਰਿਆਦ ਕੀਤੀ ਮਹਾਰਾਜ ਜੀ ਦੇ ਚਰਨਾਂ ਵਿੱਚ, ਰੋ ਕੇ ਉੱਬਾਂ ਦੇ ਮਾਰ ਕੇ ਰੋ ਕੇ ਉਹਨੇ ਕਿਹਾ, ਮਹਾਰਾਜ ਜੀ ਬਾਬਾ ਸਰੂਪਾਨੰਦ ਜੀ ਨੂੰ ਸਮਾਧੀ ਤੋਂ ਬਾਹਰ ਜ਼ਰੂਰ ਕੱਢੋ। ਕੱਢ ਕੌਣ ਸਕਦਾ ਹੈ? ਜਿਹੜਾ ਕੱਢਣਾ ਜਾਣਦਾ ਹੋਵੇ। ਕਿਉਂਕਿ ਪਹਿਲੀ ਪਾਤਸ਼ਾਹੀ ਮਹਾਰਾਜ ਨੇ ਆਪ ਇੰਨਾ ਤਪ ਕੀਤਾ, ਇੰਨੀ ਤਪੱਸਿਆ ਕੀਤੀ, ਉਹਨਾਂ ਕੀਤਾ ਕਿ ਉਹਨਾਂ ਪਾਰ ਬ੍ਰਹਮ ਪਰਮੇਸ਼ਰ ਦਾ ਸਾਖਸ਼ਾਤ ਕੀਤਾ। ਹੁਣ ਸਮਾਧੀ ਅਵਸਥਾ ਵਿੱਚੋਂ ਗੜਕੀ ਕੱਢ ਤੇ ਉਹੀ ਸਕਦਾ ਹੈ। ਹੁਣ ਸੁਰਤੀ ਕਿੱਥੇ ਗਈ ਹੈ? ਸੁਰਤੀ ਉੱਥੇ ਗਈ ਹੈ ਜਿੱਥੇ ਸਾਡੀ ਇੰਦਰੀਆਂ ਦੀ ਪਹੁੰਚ ਨਹੀਂ, ਸਾਡੀ ਹੋਸ਼ ਨਹੀਂ, ਸਿਰਫ ਸਰੀਰ ਇੱਕ ਲੱਕੜੀ ਬਣ ਗਿਆ ਹੈ, ਪਿੰਜਰਾ ਢਾਂਚਾ ਹੈ ਹੱਡੀਆਂ ਦਾ, ਜਿਹਨੂੰ ਵੇਖ ਕੇ ਆਮ ਲੋਕ ਰੋਂਦੇ ਨੇ, ਕਹਿੰਦੇ ਮਹਾਰਾਜ ਜੀ ਸੱਚੇ ਪਾਤਸ਼ਾਹ ਬਾਬਾ ਸਰੂਪਾਨੰਦ ਜੀ ਸਮਾਧੀ ਤੋਂ ਬਾਹਰ ਕੱਢ ਦਿਓ, ਸਾਡੇ ਕੋਲ ਦੇਖਿਆ ਨਹੀਂ ਜਾਂਦਾ। ਹੁਣ ਮਹਾਰਾਜ ਨੇ ਆਪਣੀ ਯੁਕਤੀ ਦੇ ਨਾਲ ਕੀ ਕੀਤਾ, ਉਹਨਾਂ ਦੀ ਸੁਰਤੀ ਦਿਆਲ ਦੇਸ਼ ਤੋਂ ਉਹਨਾਂ ਨੇ ਗੱਲ ਕੀ ਕੀਤਾ, ਅਨਾਮੀ ਦੇਸ਼ ਵੱਲ ਲਿਆਂਦੀ। ਅਨਾਮੀ ਉਹ ਥੱਲੇ ਕੀ ਮੁੜ ਕੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ 10ਵੇਂ ਦੁਆਰ ਵਿੱਚੋਂ ਸੁਰਤੀ ਲਿਆਂਦੀ, ਔਰ 10ਵੇਂ ਦੁਆਰ ਤੋਂ ਗੱਲ ਕੀ ਉਹਨਾਂ ਨੇ ਸੁਰਤੀ ਥੱਲੇ ਨੂੰ ਤੋਰਿਆ ਸਰੀਰ ਵੱਲ। ਚੇਤਨਾ ਵਿੱਚ ਸੁਰਤੀ ਜਿਹੜੀ ਹੈ ਉਹ ਘੁੰਮ ਰਹੀ ਹੈ। ਮਹਾਰਾਜ ਜੀ ਨੇ ਯੁਕਤੀ ਦੇ ਨਾਲ ਉਹਨਾਂ ਦੇ ਆਪਣੀ ਜਿਹੜੀ ਬਾਣੀ ਸੀ, ਆਪਣੀ ਆਵਾਜ਼ ਜਿਹੜੀ ਸੀ, ਉਹ ਬਾਬਾ ਸਰੂਪਾਨੰਦ ਜੀ ਦੇ ਕੰਨ ਵਿੱਚ ਆਵਾਜ਼ ਦਿੱਤੀ। ਜੀਵ ਬੱਧੇ ਕਰਮਾਂ ਦੇ ਆਉਂਦੇ ਨੇ, ਸੰਤ ਛਡਾਉਂਦੇ ਆਣਗੇ। ਕਿਸ ਤਰੀਕੇ ਨਾਲ? ਕੋਈ ਜਾਦੂ ਦੀ ਛੜੀ ਨਹੀਂ ਹੈ, ਇੱਥੇ ਕਰਨੀ ਦਾ ਖੇਲ ਹੈ। ਕਮਾਈ ਜਿੱਦਾਂ ਦੀ ਕਰਾਂਗੇ ਸਾਨੂੰ ਭੋਗਣੀ ਪੈਣੀ ਹੈ। ਜੀਵ ਕਰਮ ਨਾਲ ਹੀ ਵੱਜਦਾ ਹੈ, ਕਰਮ ਚੰਗਾ ਕਰਦਾ ਤੇ ਛੁੱਟ ਵੀ ਜਾਂਦਾ ਹੈ। ਫਿਰ ਇਹ ਰੋਂਦਾ ਹੈ, ਕਹਿੰਦਾ ਮੈਂ ਤੇ ਮਾੜਾ ਕਰਮ ਕੀਤਾ ਕੋਈ ਨਹੀਂ। ਪਰ ਮਹਾਰਾਜ ਪਤਾ ਕੀ ਕਹਿੰਦੇ ਨੇ? ਮਹਾਰਾਜ ਜੀ ਕਹਿੰਦੇ ਨੇ, ਸਹਿਵੇ ਜੀਆ ਆਪਣਾ ਕੀਆ। ਆਪਣੀ ਕੀਤੀ ਨੂੰ ਸਹਿ ਹੁਣ। ਕਿਸੇ ਨੂੰ ਕੋਈ ਰੋਗ ਲਾਉਣ ਵਾਲਾ ਸੰਸਾਰ 'ਚ ਨਹੀਂ ਹੈ, ਕਿਸੇ ਨੂੰ ਕੋਈ ਦੁਖੀ ਕਰਨ ਵਾਲਾ ਨਹੀਂ ਹੈ। ਇਹ ਜੀਵ ਜਦੋਂ ਦੁਖੀ ਕਰੇਗਾ ਇਹ ਵੀ ਕਰਮ ਬਣੇਗਾ। ਜਦੋਂ ਕਿਸੇ ਨੂੰ ਦੁੱਖ ਦੇਵੇਗਾ ਇਹ ਕਰਮ ਬਣੇਗਾ, ਤੇ ਫਿਰ ਇਹਨੂੰ ਭੋਗਣਾ ਪਏਗਾ। ਜਦੋਂ ਆਪ ਦੁਖੀ ਹੋਵੇਗਾ ਫਿਰ ਇਹਨੂੰ ਚੇਤਾ ਆਏਗਾ ਕਿ ਮੈਂ ਮਾੜੇ ਕਰਮ ਕੀਤੇ ਨੇ। ਪਰ ਫਿਰ ਕਰ ਕੁਛ ਨਹੀਂ ਸਕਦਾ। ਜਿਹੜਾ ਭੋਗ ਖਾਤੇ ਵਿੱਚ ਕਰਮ ਪੈ ਗਿਆ ਹੈ, ਜਿਹੜਾ ਭੋਗ ਖਾਤੇ 'ਚ ਕਰਮ ਪੈ ਗਿਆ ਹੈ, ਉਹਨੂੰ ਤੇ ਕੋਈ ਵੀ ਨਹੀਂ ਕੱਢ ਸਕਦਾ। ਭਗਵਾਨ ਜਿਹੜਾ ਕਹਿੰਦਾ ਮੈਂ ਵੀ ਨਹੀਂ ਕੱਢ ਸਕਦਾ, ਉੱਥੇ ਗੁਰੂ ਕਹਿੰਦਾ ਮੈਂ ਵੀ ਨਹੀਂ ਕੱਢ ਸਕਦਾ। ਕਿਉਂ? ਤੁਸੀਂ ਕਈ ਵਾਰੀ ਸੁਣਿਆ, ਗੁਰੂ ਪੀਰ ਹਾਮਾਂ ਤਾਂ ਭਰੇ ਜੇ ਮੁਰਦਾਰ ਨਾ ਖਾਏ। ਜੇ ਗੁਰੂ ਦੇ ਵਚਨ ਦੇ ਅਧੀਨ ਹੈ, ਮਨ ਕਰਕੇ, ਕਰਮ ਕਰਕੇ, ਵਚਨ ਕਰਕੇ, ਗੜਕੀ ਗੁਰੂ ਦੇ ਵਚਨ ਦੇ ਅਧੀਨ ਹੈ, ਤੇ ਫਿਰ ਗੁਰੂ ਜਿਹੜਾ ਹੈ ਇਹਦੀ ਹਾਮੀ ਭਰੇਗਾ। ਬਾਣੀ ਗਲਤ ਨਹੀਂ ਕਹਿੰਦੀ, ਬਾਣੀ ਸਾਡੇ ਅੰਦਰ ਦਾ ਕਵਾੜ ਖੋਲ੍ਹਦੀ ਹੈ। ਰਮਾਇਣ ਸਾਡੇ ਅੰਦਰ ਦਾ ਕਵਾੜ ਖੋਲ੍ਹਦੀ ਹੈ। ਗੀਤਾ ਉਪਦੇਸ਼ ਸਾਡੇ ਅੰਦਰ ਦਾ ਪਰਦਾ ਖੋਲ੍ਹਦੀ ਹੈ। ਪਰ ਅਸੀਂ ਕੀ ਕਰਨੇ ਆ? ਮੂੰਹ ਨਾਲ ਕਹਿੰਦੇ ਪਾਠ ਕਰ ਲਿਆ, ਪਤਾ ਨਹੀਂ ਕਿੰਨਾ ਕੁ ਪੁੰਨ ਖੱਟ ਲਿਆ, ਸਗੋਂ ਜ਼ਿਆਦਾ ਮਾਰ ਪੈਣੀ ਹੈ। ਉਹਦਾ ਕੀ ਕਾਰਨ? ਮਾਰੇ ਕਹਿੰਦੇ ਮਨ ਜਾਣਤ ਹੀ ਔਗਣ ਕਰੇ। ਮੈਂ ਇਹਨੂੰ ਝੂਠ ਨਹੀਂ ਕਹਿ ਸਕਦਾ। ਕਿਵੇਂ ਕਹਿ ਦਿਆਂ ਝੂਠ? ਮਨ ਜਾਣਤ ਹੀ ਔਗਣ ਕਰੇ। ਮਨ ਜਾਣਦਾ ਵੀ ਇਹ ਮਾੜਾ ਕਰਮ ਹੈ, ਪਰ ਫਿਰ ਵੀ ਔਗਣ ਕਰ ਰਿਹਾ। ਚੋਰੀਆਂ ਕਰਦਾ ਹੈ, ਗੁਰੂ ਕੋਲੋਂ ਚੋਰੀਆਂ ਕਰਦਾ ਹੈ। ਫਿਰ ਕਰਮ ਕੀ ਹੈ? ਕਈ ਵਾਰੀ ਸੁਣਿਆ ਕਬੀਰ ਜੀ ਕਹਿੰਦੇ ਨੇ,
कहने गुरु ना गुरु से कपट, मित्र से चोरी, केड़ी जे मिलेगी, जाओ अंधा जाओ कोड़ी। ये मेरी बाणी नहीं है, ये कबीर साहब की बाणी है। गुरु नाल कपट करना, गुरु नाल हेरा फेरी करनी, मित्र बना के उन्होंने उदा धोखा करना, तो सजा वास्ते तैयार रहो। असी कहने गुरु वेखदा नहीं हैगा, पर गुरु नहीं वेखदा, जिहड़ा गुरु के अंदर भगवान रहिंदा वो तो वेखदा नहीं तैनूं, तेरा कर्म की है। हालां एक माछी जिहड़ा है, मच्छियां पकड़न वाला, वो गुरु बन सकता है। उहदे वचन च नारद नूं भगवान ने बन्निया ते तां उहदी मुक्ति होई नारद दी, नहीं तो मुक्ति नहीं होई। प्यारी साध संगत, हमेशा वास्ते परमात्मा के दर उत्ते की है? बंदगी। परमात्मा बंदगी करके रीझदा है, साड़ी सोहनी सूरत करके नहीं देखता। कई सोहने बड़े हैं, वो सोहना तो कुत्ता भी बड़ा है, सोहना तो बांदर भी बड़ा है लगता है। कईयां नूं तोता बड़ा सोहना लगता है, कईयां नूं सप बड़े सोहने लगते हैं, वो सप्पां नाल ही खेडी जाणगे। संसार च किहड़ी चीज़ सोहनी नहीं हैगी। संसार च भगवान ने माया के अंदर सुंदरता भरी हुई है, पर सोहना कौन है? प्यारी साध संगत, सोहना वो है जिहदे अंदर मालिक की बंदगी है, भगती है, जिहदे अंदर सतगुर का प्यार है, वो सोहना है। जिहदा उहदा कर्म सोहना बन रहा है। तुसीं कई बारी सुनिया है, ये रब घर मुल पैंदा है, भजन दा जी पैंदा है, भजन दा। उथे जात पात नाई, पुछदा ना कोई जी। ये रब घर मुल पैंदा है, भजन दा पैंदा है, भजन दा। उथे जात पात नाई, पुछदा ना कोई जी। रब घर मुल पैंदा है, भजन दा जी पैंदा है, भजन दा। उते जात पात नाई, पुछदा ना कोई जी। रब घर मुल पैंदा है, भजन दा जी पैंदा है, भजन दा। उते जात पात नाई, पुछदा ना कोई जी। उथे ना लिहाज वैरी ते सजण दा, वैरी ते सजण दा। बाज नेक अमलां दे मिलदी ना टोई जी। उथे ना लिहाज वैरी ते सजण दा जी, वैरी ते सजण दा। बाज नेक अमलां दे मिलदी ना टोई जी। उथे ना लिहाज वैरी ते सजण दा जी, वैरी ते सजण दा। बाज नेक अमलां तो मिलदी ना टोई जी। उथे ना लिहाज वैरी ते सजण दा जी, वैरी ते सजण दा। बाज नेक अमलां दे मिलदी ना टोई जी। धन्ने दियां मिस्सियां ते आण रीझिया, ओ दाता आण रीझिया। पहाड़ पत्थरां दे ताई दाता खान बह गया। धन्ने दियां मिस्सियां ते आण रीझियो, दाता आण रीझियो। पहाड़ पत्थरां दे ताई दाता खान बह गयो। ये धन्ने दियां मिस्सियां ते आण रीझिया, ओ दाता आण रीझिया। पहाड़ पत्थरां दे ताई दाता खान बह गयो। धन्ने दियां मिस्सियां ते आण रीझिया, दाता आण रीझिया। पहाड़ पत्थरां दे ताई दाता खान बह गयो। लैणी दे बेरां उत्ते आण रीझियो, तू दाता आण रीझियो।
ਤੀਨ ਲੋਕ ਵਿੱਚ ਆਖਦੇ ਨੇ ਧਨ ਹੋਈ ਜੀ। ਭਿਲਣੀ ਦੇ ਬੇਰਾਂ ਉੱਤੇ ਆਨ ਰਿਜਿਓ ਰਾਮਾਇਣ ਰਿਜਿਓ ਹੀਨ ਲੋਕ ਵਿੱਚ ਆਖਦੇ ਨੇ ਧਨ ਹੋਈ ਜੀ। ਇਹ ਭੀਲਣੀ ਦੇ ਬੇਰਾਂ ਉੱਤੇ ਆਣ ਰਿਜਿਓ ਰਾਮਾਇਣ ਰਿਜਿਓ ਤੀਨ ਲੋਕ ਵਿੱਚ ਆਖਦੇ ਨੇ ਧਨ ਹੋਈ ਜੀ। ਭਿਲਣੀ ਦੇ ਬੇਰਾਂ ਉੱਤੇ ਆਨ ਰਿਜਿਓ ਰਾਮਾਇਣ ਰਿਜਿਓ ਤੀਨ ਲੋਕ ਵਿੱਚ ਆਖਦੇ ਨੇ ਧਨ ਹੋਈ ਜੀ। ਨਾਮ ਦਿਓ ਦੇ ਦੁੱਧ ਉੱਤੇ ਆਣ ਰਿਜਿਓ ਤੂੰ ਦਾਤਾ ਆਣ ਰਿਜਿਓ ਉਦੋਂ ਛੱਡਿਆ ਕਟੋਰਾ ਜਦੋਂ ਖਾਲੀ ਰਹਿ ਗਿਆ। ਨਾਮ ਦੇ ਦੁੱਧ ਉੱਤੇ ਆਨ ਰਿਜਿਓ ਰਾਮਾਇਣ ਰਿਜਿਓ ਉਦੋਂ ਛੱਡਿਆ ਕਟੋਰਾ ਜਦੋਂ ਖਾਲੀ ਰਹਿ ਗਿਆ। ਇਹ ਨਾਮ ਦਿਓ ਦੇ ਦੁੱਧ ਉੱਤੇ ਆਣ ਰਿਜਿਓ ਤੂੰ ਦਾਤਾ ਆਣ ਰਿਜਿਓ ਉਦੋਂ ਛੱਡਿਆ ਕਟੋਰਾ ਜਦੋਂ ਖਾਲੀ ਰਹਿ ਗਿਆ। ਨਾਮ ਦੇ ਦੁੱਧ ਉੱਤੇ ਆਨ ਰਿਜਿਓ ਦਾਤਾ ਆਨ ਰਿਜਿਓ ਉਦੋਂ ਛੱਡਿਆ ਕਟੋਰਾ ਜਦੋਂ ਖਾਲੀ ਰਹਿ ਗਿਆ। ਭਗਤੀ ਦਾ ਮੁੱਲ ਹੈ, ਸਿਮਰਨ ਦਾ ਮੁੱਲ ਹੈ। ਮਹਾਰਾਜ ਜੀ ਨੂੰ ਕਿਉਂ ਪਿਆਰੇ ਲੱਗੇ? ਉਹ ਤਰਾਸ਼ ਰਹੇ ਸਨ ਹੀਰਾ ਸੋਹਣਾ ਲੱਗੇ ਜਗਤ ਵਿੱਚ, ਭਗਤੀ ਦਾ ਨਿਸ਼ਾਨ ਉੱਚਾ ਕਰੇ। ਸੁਰਤੀ ਲਿਆ ਕੇ ਮਹਾਰਾਜ ਨੇ ਆਵਾਜ਼ ਮਾਰੀ ਤੇ ਅੱਖਾਂ ਖੋਲੀਆਂ, ਕਿਉਂਕਿ ਸੁਰਤੀ ਨੇ ਪਛਾਣ ਲਿਆ ਕਿ ਮੇਰੇ ਗੁਰੂ ਦੀ ਆਵਾਜ਼ ਹੈ। ਪਰ ਅੱਖਾਂ ਜਿਹੜੀਆਂ ਨੇ ਕਈਆਂ ਮਹੀਨਿਆਂ ਤੋਂ ਕਈਆਂ ਸਾਲਾਂ ਤੋਂ ਬੰਦ ਸਨ। ਜਗਤ ਵੱਲ ਪੁੱਟ ਕੇ ਅੱਖਾਂ ਵੇਖਿਆ ਹੀ ਨਹੀਂ। ਇਹਦਾ ਨਾਂ ਭਗਤੀ ਹੈ। ਇਹ ਨਹੀਂ ਹੈ ਕੱਪੜੇ ਰੰਗ ਕੇ ਪਾ ਲਏ ਤੇ ਦੁਨੀਆ ਸਾਹਮਣੇ ਗੜਕੀ ਆ ਕੇ ਮੱਥੇ ਟਿਕਾ ਲਏ ਤੇ ਅਸੀਂ ਬੜੇ ਵੱਡੇ ਭਗਤ ਬਣ ਗਏ ਹਾਂ। ਦੁਨੀਆ ਤੇ ਗੜਕੀ ਸਭ ਕੁਝ ਲੁੱਟ ਕੇ ਲੈ ਜਾਂਦੀ ਹੈ। ਕਿੰਨੀ ਵਾਰੀ ਆਖੋ ਤੁਸੀਂ ਮੱਥਾ ਨਾ ਟੇਕੋ, ਉਹਦੇ ਜਾਣ ਕੇ ਮੱਥਾ ਟੇਕਦੇ ਨੇ। ਜੇ ਕੋਈ ਕੋਲ ਹੈ ਤੇ ਉਹ ਵੀ ਲੈ ਜਾਂਦੇ ਨੇ। ਦੁਨੀਆ ਕਹਿੰਦੀ ਸਾਡਾ ਸੰਸਾਰੀ ਕੰਮ ਇੱਕ ਚੱਲਦਾ ਰਹੇ। ਦੁਨੀਆ ਮਤਲਬ ਦੀ ਹੈ, ਗੁਰੂ ਮਤਲਬ ਦਾ ਨਹੀਂ ਹੈ। ਜਿਹੜਾ ਗੁਰੂ ਹੈ ਬਿਨਾਂ ਮਤਲਬ ਤੋਂ ਉਹਨੂੰ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਕਰਨ ਵਾਸਤੇ ਗੱਲ ਕੀ ਉਹ ਤਿਆਰੀ ਕਰ ਰਿਹਾ ਹੈ। ਪਰ ਦੁਨੀਆ ਮਤਲਬ ਦੀ ਹੈ। ਜਦੋਂ ਗੱਲ ਕੀ ਮਤਲਬ ਨਿਕਲ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ, ਉੱਥੇ ਗੁਰੂ ਦਾ ਕੀ ਵਿਗੜੇਗਾ। ਕਬੀਰ ਸਾਚਾ गुरु क्या करे जहाँ सिखों में चूक अंधे एक ना लागे जो बांस बजाइए फूक। उत्थे पूरा गुरु की कर सकता है जो सेवक मनता ही नहीं। पिछला विचार करो तुसी, कबीर जी जेडे सानू ठीक कह रहे हैं, इशारा कर रहे हैं। कहते उत्थे पूरा गुरु की करेगा? उंज उहदी फोटो रख के पूजी जाइए घरां च असीं कबीर साडा है, कबीर साडा है, पर कबीर दी बाणी मनण नूं गल की असीं नहीं हैगे। कबीर जो कहता है वो असीं मनण नूं तैयार नहीं है। उंज कह दिंदे आ कबीर साडा है। भी तुहाडा ते कौन है? तुहाडा ते अपना मन भी नहीं है जिहड़ा तुहानूं धोखे रखण दे है। मन भी अपना नहीं है, तन भी अपना नहीं है, धन भी अपना नहीं है जिहड़ा तुहानूं धोखा दे रहा है। की करना चाहिए है? महाराज जी फरमाया करते सन, कहते तन मन धन सौंप गुर को, ਉਹਦੇ ਬਦਲੇ ਕੀ ਲੈਣਾ ਹੈ? ਧੀਆਂ ਦੇ ਦਿਓ, ਪੁੱਤਰ ਦੇ ਦਿਓ, ਕੋਠੀਆਂ ਦੇ ਦਿਓ, ਜ਼ਮੀਨਾਂ ਦੇ ਦਿਓ, ਨੌਕਰੀਆਂ ਦੇ ਦਿਓ, ਪੁੱਤਰ ਬਾਹਰ ਚਲ ਜਾਏ ਉਹਦਾ ਵੀਜ਼ਾ ਲੱਗ ਜਾਵੇ, ਇਹ ਮੰਗਣਾ ਨਹੀਂ। ਤਨ ਮਨ ਧਨ ਸੌਂਪ ਗੁਰ ਕੋ, ਕੀ ਮੰਗਣਾ ਫਿਰ? ਇਹ ਭੇਟਾ ਕਰ ਦੇ। ਤਿੰਨੇ ਚੀਜ਼ਾਂ ਦੁੱਖ ਦੇਣ ਵਾਲੀਆਂ ਤੈਨੂੰ। ਤਿੰਨਾਂ ਚੀਜ਼ਾਂ ਉੱਤੇ ਗੱਲ ਕੀ ਤੂੰ ਰਾਜ ਕਰਨਾ ਚਾਹੁੰਦਾ, ਪਰ ਇਹ ਤਿੰਨੇ ਚੀਜ਼ਾਂ ਤੇਰੇ ਤੇ ਰਾਜ ਕਰ ਰਹੀਆਂ ਨੇ। ਇਹਨੂੰ ਅਰਪਣ ਕਰ ਦੇ। ਇੱਥੋਂ ਹੋਰ ਮੈਂ ਅੱਗੇ ਲੈ ਕੇ ਚੱਲਣ ਲੱਗਾ। ਜੋ ਕੋਈ ਸ੍ਰੇਸ਼ਟ ਪਦਾਰਥ ਪਾਵੇ, ਗੁਰਮਹਿਮਾ 'ਚ ਸਵੇਰੇ ਕੀ ਪੜ੍ਹਦੇ ਹਾਂ ਅਸੀਂ,
ਇਹਨੇ ਉੱਤੇ ਸਹੀ ਮਾਰੀ ਹੈ ਪਹਿਲੀ ਪਾਤਸ਼ਾਹੀ ਸਵਾਮੀ ਦਇਆਨੰਦ ਮਹਾਰਾਜ ਜੀ ਨੇ। ਸਹੀ ਮਾਰ ਕੇ ਕੀ ਇਸ਼ਾਰਾ ਕੀਤਾ? ਕਹਿੰਦੇ ਨੇ ਕਿ ਅਸੀਂ ਗੱਲ ਕੀ ਬੇਬੁੱਧੇ ਹਾਂ, ਇੰਨੇ ਬੇਬੁੱਧੇ ਹਾਂ, ਅਸੀਂ ਗੁਰੂ ਦੇ ਵਚਨ ਦੇ ਉੱਤੇ ਪੈਰ ਧਰਦੇ ਹਾਂ ਰੋਜ਼ਾਨਾ ਹੀ। ਉਹਨਾਂ ਕਿਹਾ ਹਰ ਘਰ ਵਿੱਚ ਹਰ ਆਸ਼ਰਮ 'ਚ ਗੱਲ ਕੀ ਗੁਰਮਹਿਮਾ ਗਾਈ ਜਾਵੇ, ਗੁਰੂ ਭਗਤੀ ਸਮਝ ਤਾਂ ਆਵੇਗੀ। ਰੋਜ਼ਾਨਾ ਸਵੇਰੇ ਕੀ ਕਰਨਾ ਚਾਹੀਦਾ ਹੈ? ਗੁਰਮਹਿਮਾ ਪੜ੍ਹੋ। ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਨਹੀਂ, ਕਿਸੇ ਨਾ ਕਿਸੇ ਦਿਨ 'ਤੇ ਗੱਲ ਕੀ ਸ਼ਰਮ ਆਏਗੀ ਵੀ ਗੁਰਮਹਿਮਾ ਕੀ ਕਹਿ ਰਹੀ ਹੈ। ਮੈਂ ਗੁਰੂ ਦੀ ਪੂਜਾ ਕਰ ਰਹੇ ਹਾਂ, ਮੈਂ ਗੁਰੂ ਦਾ ਗੱਲ ਕੀ ਆਰਤੀ ਕਰ ਰਹੇ ਹਾਂ, ਅਤੇ ਉਹ ਗੁਰੂ ਕੀ ਕਹਿ ਰਿਹਾ ਅਤੇ ਮੈਂ ਕੀ ਕਰ ਰਹੇ ਹਾਂ। ਇਸੇ ਕਰਕੇ ਗੁਰਮਹਿਮਾ ਪੜ੍ਹਦਾ ਕੋਈ ਨਹੀਂ ਗਾ। ਜਿਹੜੇ ਨਹੀਂ ਪੜ੍ਹਦੇ ਉਹ ਸੰਸਾਰ 'ਚ ਰੋਂਦੇ ਹੀ ਜਾਣਗੇ। ਹੱਸਦੇ ਆਏ ਨੇ, ਵੈਸੇ ਹਾਸਾ ਤਾਂ ਕੋਈ ਵੀ ਨਹੀਂ ਆਇਆ, ਸਾਰੇ ਰੋਂਦੇ ਹੀ ਆਏ ਨੇ। ਜਦੋਂ ਬੱਚਾ ਜਨਮ ਲੈਂਦਾ ਹੈ ਉਹ ਰੋਂਦਾ ਹੁੰਦਾ ਹੈ। ਜੇ ਨਹੀਂ ਰੋਂਦਾ ਤਾਂ ਉਹਨੂੰ ਕੀ ਕਰਦੇ ਡਾਕਟਰ ਜਾਂ ਗੱਲ ਕੀ ਨਰਸਾਂ ਪਕੜ ਕੇ ਪੁੱਠਿਓਂ ਤਾਂ ਕਰਕੇ, ਲੱਤਾਂ ਤਾਂ ਕਰਕੇ ਉਹਦੇ ਲੱਕ 'ਚ ਧੱਫੇ ਮਾਰਦੇ ਨੇ, ਕਹਿੰਦੇ ਰੋ। ਗੁਰੂ ਰਵਾਉਂਦਾ ਨਹੀਂ, ਗੁਰੂ ਤੇ ਤਾਂ ਰੋਣਾ ਬੰਦ ਕਰਨ ਵਾਸਤੇ ਆਇਆ ਹੈ। ਮਹਾਰਾਜ ਜੀ ਨੇ ਕੀ ਕੀਤਾ? ਜਿਸਲੇ ਨੇਤਰ ਪੁੱਟ ਕੇ ਵੇਖਿਆ ਤੇ ਨੇਤਰ ਫਿਰ ਬੰਦ ਕਰ ਲਏ, ਕਿਉਂਕਿ ਜ਼ਿਆਦਾ ਚਿਰ ਨੇਤਰ, ਕਈਆਂ ਸਾਲਾਂ ਦੇ ਨੇਤਰ ਬੰਦ ਸਨ ਅਤੇ ਬਾਹਰ ਦੀ ਹਵਾ ਸਹਾਰੀ ਨਹੀਂ ਸੀ ਜਾਂਦੀ। ਮਾਰੇ ਨੇਤਰ ਬੰਦ ਕੀਤੇ ਅਤੇ ਮਨ ਹੀ ਮਨ ਪ੍ਰਣਾਮ ਕਰ ਛੱਡਿਆ ਮਹਾਰਾਜ ਜੀ ਨੂੰ। ਮੈਂ ਹੱਥ ਜੋੜ ਦਿੱਤੇ ਮਹਾਰਾਜ ਦੇ ਖੁਸ਼ੀ ਦੇ ਨਾਲ। ਵੇਖੋ ਉਹ ਗੁਰੂ ਜਿਹੜਾ ਹੈ ਉਹਨੂੰ ਮਤਲਬ ਕੀ ਹੈ? ਉਹ ਜੇ ਗੱਲ ਕੀ ਸੰਸਾਰ ਵਿੱਚ ਬੰਦਗੀ ਕਰਕੇ ਅਤੇ ਉਹਨੇ ਜਸ ਖੱਟਣਾ ਹੈ ਤਾਂ ਉਹਨੂੰ ਮਿਲਣਾ, ਸੇਵਕ ਨੂੰ। ਗੁਰੂ ਨੂੰ ਕੀ ਮਿਲਣਾ ਹੈ? ਗੁਰੂ ਨੂੰ ਤਾਂ ਕੁਛ ਵੀ ਨਹੀਂ ਮਿਲਣਾ। ਉਹ ਗੁਰੂ ਚਾਹੁੰਦਾ ਹੈ, ਕਹਿੰਦਾ ਹੈ ਕਿ ਮੇਰਾ ਸੇਵਕ ਜਿਹੜਾ ਹੈ ਸੰਸਾਰ ਵਿੱਚ ਬੰਦਗੀ ਕਰੇਗਾ ਅਤੇ ਮੈਂ ਸਕੂਨ ਦੇ ਨਾਲ ਸੰਸਾਰ 'ਚ ਜਾਵਾਂਗਾ ਕਿ ਮੈਂ ਸੰਸਾਰ ਵਿੱਚ ਇੱਕ ਭਗਤੀ ਦਾ ਮਨਾਰਾ ਖੜਾ ਕਰਕੇ ਆਇਆ ਹਾਂ। ਅੱਗੇ ਪਰਮਾਤਮਾ ਖੁਸ਼ ਹੋਵੇਗਾ। ਸੰਸਾਰ ਵਿੱਚ ਗ੍ਰਸਤੀ ਜੀਵਨ ਵਿੱਚ ਆ ਕੇ ਇਹ ਝੂਠੇ ਦਾਅਵੇ ਬੰਦਾ ਹੈ ਕਿ ਪੁੱਤਰ ਦੇ ਨਾਂ ਉੱਤੇ ਕੀ ਹੈ, ਕਈ ਤਰ੍ਹਾਂ ਝੂਠ ਫਰੇਬ ਕਰਦਾ ਹੈ। ਗੁਰੂ ਝੂਠ ਨਹੀਂ ਕਰਦਾ, ਗੁਰੂ ਸੇਵਕ ਨਾਲ ਫਰੇਬ ਨਹੀਂ ਕਰਦਾ। ਪਤਾ ਕੀ ਹੈ? ਉਹ ਤੇ ਇਹ ਤਾਂ ਕਹਿੰਦਾ ਹੈ, ਇਹ ਝੂਠ ਮਾਰ ਕੇ ਆਪਣੇ ਪੁੱਤਰ ਦਾ ਨਾਂ ਉੱਚਾ ਕਰਨਾ ਚਾਹੁੰਦਾ ਹੈ, ਪਰ ਉਹਦੇ ਬਦਲੇ ਕੀ ਹੁੰਦਾ ਹੈ? ਇਹ ਝੂਠ ਮਾਰਦੇ ਪੁੱਤਰ ਬਦਲੇ ਮੁੜ ਕੇ ਫਿਰ ਕੀ ਹੁੰਦਾ ਹੈ? ਮੁੜ ਕੇ ਫਿਰ ਸੂਰਨੀ ਜੂਨ 'ਚ ਆ ਜਾਂਦਾ, ਸੂਰ ਬਣ ਗਿਆ। ਮੈਂ ਨਹੀਂ ਕਹਿੰਦਾ, ਭਗਤ ਤਰਲੋਚਨ ਜੀ ਕਹਿ ਰਹੇ ਨੇ, ਮਹਾਰਾਸ਼ਟਰ ਦੇ ਰਹਿਣ ਵਾਲੇ, ਜਿਨ੍ਹਾਂ ਦੇ 2 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ। ਅੰਤ ਸਮੇਂ ਜੋ ਲੜਕੇ ਸਿਮਰੇ ਐਸੀ ਚਿੰਤਾ ਮੇਂ ਜੋ ਮਰੇ, ਤੇ ਕਹਿੰਦੇ ਸੂਰਨੀ ਜੂਨ ਵੱਲ ਉਤਰੇ। ਕਿੰਨੀ ਖੱਟੀ ਖੱਟੀ ਪੁੱਤਰ ਨਾਲ ਪਿਆਰ ਕਰਕੇ। ਕੀ ਖੱਟੀ ਖੱਟੀ? ਇੱਕ ਮਨੁੱਖੀ ਦੇ ਤੋਂ ਸੂਰਨੀ ਜੂਨ ਗੰਦ ਖਾਣ ਵਾਸਤੇ। ਉਹ ਗੁਰੂ ਤੇ ਇਹਨੂੰ ਗੰਦ ਵਿੱਚੋਂ ਕੱਢਣਾ ਚਾਹੁੰਦਾ ਹੈ, ਪਰ ਉਹਨੇ ਕੀ ਕੀਤਾ ਹੈ? ਉਹਨੇ ਰੱਬ ਨਾਲ ਪਿਆਰ ਕਰਕੇ, ਰੱਬ ਦੇ ਪਿਆਰੇ ਨੇ ਰੱਬ ਨਾਲ ਪਿਆਰ ਕਰਕੇ ਇੱਕ ਰੱਬ ਦਾ ਪਿਆਰਾ ਹੋਰ ਖੜਾ ਕਰ ਦਿੱਤਾ ਦੁਨੀਆ ਨੂੰ ਸੇਧ ਦੇਣ ਵਾਸਤੇ। ਥੋੜ੍ਹਾ ਦੁੱਧ ਦਿੱਤਾ, ਥੋੜ੍ਹੀ ਖੁਰਾਕ ਦਿੱਤੀ, ਥੋੜ੍ਹਾ ਚੱਲਣ ਫਿਰਨ ਹੋ ਗਿਆ। ਫਿਰ ਕੀ ਕੀਤਾ? ਜਾਓ ਜਾ ਕੇ ਟੇਰੀ ਵਿੱਚ ਅਤੇ ਟੇਰੀ ਦੇ ਆਸੇ ਪਾਸੇ ਜਾ ਕੇ ਪ੍ਰਚਾਰ ਕਰੋ, ਜਾ ਕੇ ਨਾਮ ਦਾ, ਸਿਮਰਨ ਦਾ। ਸੁੱਤੇ ਹੋਇਆ ਜੀਵਨ ਨੂੰ ਜਗਾਓ, ਰੱਬ ਨਾਲ ਜੋੜੋ, ਪਰਮਾਤਮਾ ਨਾਲ ਜੋੜੋ, ਉਹਨਾਂ ਦਾ ਜੀਵਨ ਸਫਲ ਹੋ ਜਾਏ ਸੰਸਾਰ 'ਚ ਆਉਣਾ। ਗੁਰੂ ਜਾਂਦਾ ਹੈ ਘਰ, ਗੁਰੂ ਜਾਂਦਾ ਹੈ ਘਰ ਘਰ ਜਾਂਦਾ ਹੈ। ਜਿਵੇਂ ਚੌਂਕੀਦਾਰ ਘਰ ਘਰ ਜਾਂਦਾ ਹੈ, ਉਹ ਕੀ ਹੈ? ਚਿੱਠੀਆਂ ਦੇਣ ਜਾਂਦਾ ਹੈ। ਅਤੇ ਇਹ ਵੀ ਕੀ ਕਰਦਾ ਹੈ? ਗੁਰੂ ਦਾ ਵਚਨ ਮੰਨਿਆ ਹੈ। ਬਾਬਾ ਸਰੂਪਾਨੰਦ ਮਹਾਰਾਜ ਨੰਗਲੀ ਵਾਲਿਆਂ ਨੇ ਕੀ ਕੀਤਾ? ਘਰ ਘਰ ਜਾ ਕੇ ਗੱਲ ਕੀ ਪ੍ਰਚਾਰ ਕਰ ਰਹੇ ਨੇ, ਸਤਸੰਗ ਕਰ ਰਹੇ ਨੇ। ਲਾਗੇ ਪਿੰਡਾਂ ਵਿੱਚ ਵੀ ਗੱਲ ਕੀ ਹੋਇਆ ਕਿ ਮਹਾਰਾਜ ਦੀ ਜਿਹੜੀ ਸ਼ੋਹਰਤ ਫੈਲ ਗਈ ਕਿ ਤਪਸਵੀ ਨੇ ਤਪ ਕੀਤਾ ਹੈ ਅਤੇ ਬਾਣੀ ਵਿੱਚ ਰਸ ਆ ਗਿਆ। ਹਰ ਇੱਕ ਵੇਖ ਕੇ ਉਹਨਾਂ ਦੇ ਚਿਹਰੇ ਵੱਲ ਵੇਖੀ ਜਾਂਦਾ ਹੈ, ਇੰਨੀ ਕਸ਼ਿਸ਼ ਆ ਗਈ ਤਪੱਸਿਆ ਕਰਕੇ। ਤਪੱਸਿਆ ਕਰਕੇ ਅਸੀਂ ਕਸ਼ਿਸ਼ ਕਿੱਦਾਂ ਕਰਨੇ ਆ? ਅਸੀਂ ਕਰੀਮਾਂ ਮਲਣੇ ਆ, ਸੋਹਣੇ ਕੱਪੜੇ ਪਾਉਂਦੇ ਹਾਂ, ਅਸੀਂ ਸੋਹਣੇ ਲੱਗੀਏ। ਉਹ ਪਿਆਰੀ ਸਾਧ ਸੰਗਤ ਜਿਹੜਾ ਨਾਮ ਨਾਲ ਪਿਆਰ ਨਹੀਂ ਕਰਦਾ, ਉਹਦਾ ਮੂੰਹ ਵਿਗੜ ਜਾਂਦਾ ਜੀ। ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ ਹੈ। ਬਾਣੀ ਜਿਹੜੀ ਗੁਰੂ ਸਾਹਿਬ ਨੇ ਲਿਹਾਜ਼ ਨਹੀਂ ਕੀਤਾ,
ਹਰ ਮੋੜ ਤੇ ਆ ਕੇ ਗੱਲ ਕੀ ਗੁਰੂ ਸਾਹਿਬਾਂ ਨੇ ਕੀ ਕੀਤਾ ਹੈ, ਸਾਨੂੰ ਸੁਚੇਤ ਕੀਤਾ ਹੈ। ਜਿਹੜਾ ਨਾਮ ਨਾਲ ਪਿਆਰ ਨਹੀਂ, ਉਹਦਾ ਮੂੰਹ ਵਿਗੜ ਜਾਂਦਾ ਹੈ, ਉਹਦੀ ਕਰਨੀ ਥੋਥੀ ਹੋ ਜਾਂਦੀ ਹੈ। ਹੁਣ ਗੁਰੂ ਸਾਹਿਬ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਨੇ। ਲੱਕੀ ਮਰਵਤ ਵਿੱਚ ਧੁੰਮ ਪੈ ਗਈ, ਲੱਕੀ ਮਰਵਤ ਵਿੱਚ ਧੁੰਮ ਪੈ ਗਈ ਕਿ ਬਾਬਾ ਸਰੂਪਾਨੰਦ ਜੀ ਜਿਹੜੇ ਨੇ ਉਹ ਗੁਰਿਆਈ ਦੇ ਗੱਲ ਕੀ ਕਾਬਲ ਨੇ, ਅਤੇ ਉਹਨਾਂ ਨੇ ਗੁਰਿਆਈ ਦਾ ਪਦ ਸੰਭਾਲ ਲਿਆ। ਮਹਾਰਾਜ ਜੀ ਵਸੀਅਤ ਵੀ ਦੇ ਗਏ। ਪਹਿਲੀ ਪਾਤਸ਼ਾਹੀ ਮਹਾਰਾਜ ਨੇ ਕਿਹਾ, ਕਹਿੰਦੇ ਸਾਡੇ ਦੋ ਜਾਨਸ਼ੀਨ ਨੇ, ਸਾਡੇ ਜਿਹੜੇ ਜਾਨਸ਼ੀਨ ਨੇ ਦੋ ਨੇ। ਇੱਕ ਤਾਂ ਹੈ ਸਾਡੇ ਸਰੀਰਕ ਸੇਵਾ ਵਾਸਤੇ ਬਾਬਾ ਵਿਸ਼ੂਦਾਨੰਦ ਜੀ, ਔਰ ਇੱਕ ਬਾਬਾ ਸਰੂਪਾਨੰਦ ਜੀ ਜਿਹੜੇ ਸਾਡੇ ਰੂਹਾਨੀ ਜਾਨਸ਼ੀਨ ਹੋਣਗੇ, ਜਿਹੜੇ ਲੋਕਾਂ ਨੂੰ ਨਾਮ ਦੇ ਪਾਸੇ ਲਾ ਕੇ, ਸਿਮਰਨ ਦੇ ਪਾਸੇ ਲਾ ਕੇ ਸੰਸਾਰ ਵਿੱਚੋਂ ਮੁਕਤੀ ਪਦ ਦਿਲਾਉਣਗੇ। ਅਸੀਂ ਗੱਦੀਆਂ ਲੱਭਦੇ ਹਾਂ, ਪਰ ਗੱਦੀ ਦੇ ਕਾਬਲ ਵੀ ਹੈ ਕੋਈ? ਚੋਰੀ ਕਰੇ ਹਰਾਮ ਖਾਏ, ਉਹ ਪ੍ਰਾਣੀ ਬੈਕੁੰਠੇ ਜਾਏ। ਉਹਨਾਂ ਨੇ ਕੀ ਕੀਤਾ? ਚੋਰੀ ਲੋਕਾਂ ਤੋਂ ਰਹਿ ਕੇ ਸਿਮਰਨ ਕੀਤਾ ਹੈ। ਜੇ ਗੁਰੂ ਦਾ ਵਚਨ ਕਿੱਦਾਂ ਮੰਨਿਆ ਹੈ? ਮਹਾਰਾਜ ਨੇ ਕਿਹਾ ਭਈ ਕਿਸੇ ਘਰੋਂ ਇੱਕ ਦੋ ਘਰ ਮੰਗ ਕੇ ਫੁਲਕਾ ਖਾ ਲੈਣਾ। ਫਿਰ ਮਹਾਰਾਜ ਜੀ ਨੇ ਉਸੇ ਸ਼ਹਿਰ ਵਿੱਚੋਂ ਹੀ, ਟੇਰੀ ਵਿੱਚੋਂ ਹੀ ਇੱਕ ਦੋ ਘਰਾਂ 'ਚ ਫੁਲਕਾ ਲਿਆ, ਅਤੇ ਉਹ ਕਹਿੰਦੇ ਠਹਿਰ ਤੋਂ ਤੁਹਾਨੂੰ ਸਬਜ਼ੀ ਵੀ ਲੈ ਕੇ ਦਿੰਦੇ ਹਾਂ। ਅਤੇ ਉਹਨੇ ਕਿਹਾ ਨਹੀਂ, ਹਾਲਾਂਕਿ ਸੇਵਕਾਂ ਦਾ ਘਰ ਸੀ ਉਹ। ਕਹਿੰਦੇ ਨਹੀਂ, ਮਹਾਰਾਜ ਦਾ ਹੁਕਮ ਸਬਜ਼ੀ ਵਾਸਤੇ ਨਹੀਂ ਹੈ। ਕਿੰਨਾ ਹੁਕਮ ਦੀ ਪਾਲਣਾ ਕੀਤੀ ਹੈ। ਮੈਂ ਤੁਸਾਂ ਅੱਗੇ ਗੱਲ ਕੀ ਕਈ ਕੈਸਟਾਂ ਸੁਣੀਆਂ ਨੇ, ਮੈਂ ਕਈ ਵਾਰੀ ਜ਼ਿਕਰ ਕੀਤਾ ਹੈ। ਵੇਖੋ ਇੰਨੀ ਗੱਲ ਕੀ ਘਾਲਣਾ ਮਹਾਰਾਜ ਦੇ ਵਚਨ ਉੱਤੇ। ਅੱਜ ਉਹਨਾਂ ਦੀ ਗੱਲ ਕੀ ਹੈ? ਉਹ ਧਰਤੀ ਪੂਜੀ ਜਾ ਰਹੀ ਹੈ ਜਿੱਥੇ ਉਹਨਾਂ ਨੇ ਸਰੀਰ ਰੱਖਿਆ ਹੈ। ਜਿੱਥੇ ਵੀ ਉਹਨਾਂ ਦਾ ਫੋਟੋ ਰੱਖਿਆ ਜਾਂਦਾ ਹੈ, ਗੱਲ ਕੀ ਉੱਥੇ ਲੋਕਾਂ ਦਾ ਬੱਲੋ ਮੱਲੀ ਸਿਰ ਝੁਕ ਜਾਂਦਾ ਹੈ। ਅੱਜ 1936 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਬਣ ਗਏ? ਪਿਆਰੀ ਸਾਧ ਸੰਗਤ ਤਕਰੀਬਨ ਅਸੀਂ 90 92 93 ਸਾਲ ਤੱਕ ਅਸੀਂ ਜਾ ਰਹੇ ਹਾਂ। ਗੱਲ ਗਾਂਹ ਕਹਿਣ ਦਾ ਭਾਵ ਇਹ ਹੈ, ਇਹ ਕਾਹਦਾ ਮੁੱਲ ਹੈ? ਆਪਣੇ ਗੁਰੂ ਦੇ ਵਚਨ ਦਾ ਮੁੱਲ ਹੈ। ਜੇ ਅੱਜ ਅਸੀਂ ਆਪਣੇ ਗੁਰੂ ਦੇ ਵਚਨ ਨੂੰ ਠੁਕਰਾ ਦਿੱਤਾ ਏ, ਤੈਨੂੰ ਤਾਂ ਕੱਲ੍ਹ ਕੁੱਤੇ ਵੀ ਨਹੀਂ ਪੁੱਛਣਗੇ। ਫਿਰ ਤੈਨੂੰ ਕੁੱਤੇ ਵੀ ਪੁੱਛਣਗੇ ਨਹੀਂ, ਕੁੱਤਿਆਂ ਨੂੰ ਵੀ ਭੈੜਾ ਹਾਲ ਹੋ ਜਾਏਗਾ। ਮੈਂ ਲਿਖਿਆ ਹੋਇਆ ਹੈ, ਜੋ ਗੁਰੂ ਦਾ ਦੁਆਰਾ ਛੱਡ ਦਿੰਦਾ ਹਰ ਪਾਸਿਓਂ ਲਾਹਨਤ ਪੈਂਦੀ ਹੈ। ਜਿਹੜਾ ਗੁਰੂ ਦਾ ਦੁਆਰਾ ਛੱਡ ਦਿੰਦਾ ਹੈ ਤੇ ਫਿਰ ਕੀ ਹੁੰਦਾ ਹੈ? ਹਰ ਪਾਸਿਓਂ ਲਾਹਨਤ ਪੈਂਦੀ ਹੈ। ਗਲੀਆਂ ਵਿੱਚ ਭੌਂਦੇ ਕੁੱਤਿਆਂ ਤੋਂ ਵੀ ਔਖਾ ਗੁਜ਼ਾਰਾ ਹੋ ਜਾਂਦਾ। ਤੇ ਗੁਰੂ ਕੀ ਕਰਦਾ ਹੈ? ਦਰ ਕਾਹਦੇ ਵਾਸਤੇ ਹੈ? ਆਓ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। 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 ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਜੋ ਕਲ ਮੰਝਦਾਰੀ ਡੁੱਬਦੇ ਸਨ, ਜੋ ਕਲ ਮੰਝਦਾਰ ਚ ਡੁੱਬਦੇ ਸਨ, ਜੋ ਕਲ ਮੰਝਦਾਰੀ 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 ਡੁੱਬਦੇ ਸਨ, ਜੋ ਕਲ ਮੰਝਦਾਰੀ
ਮਜ਼ਦਾਰੀ ਡੁੱਬਦੇ ਸਨ, ਜੋ ਕੱਲ ਮਜ਼ਦਾਰੀ ਡੁੱਬਦੇ ਸਨ। ਅੱਜ ਧਾਰਨ ਲੱਖਾਂ ਡੁੱਬਦਿਆਂ ਨੂੰ, ਅੱਜ ਧਾਰਨ ਲੱਖਾਂ ਡੁੱਬਦਿਆਂ ਨੂੰ, ਅੱਜ ਤਾਰਨ ਲੱਖਾਂ ਡੁੱਬਦਿਆਂ ਨੂੰ, ਅੱਜ ਤਾਰਨ ਲੱਖਾਂ ਡੁੱਬਦਿਆਂ ਨੂੰ, ਅੱਜ ਧਾਰਨ ਲੱਖਾਂ ਡੁੱਬਦਿਆਂ ਨੂੰ, ਅੱਜ ਧਾਰਨ ਲੱਖਾਂ ਡੁੱਬਦਿਆਂ ਨੂੰ, ਅੱਜ ਤਾਰਨ ਲੱਖਾਂ ਡੁੱਬਦਿਆਂ ਨੂੰ, ਅੱਜ ਤਾਰਨ ਲੱਖਾਂ ਡੁੱਬਦਿਆਂ ਨੂੰ। ਅਣਤਾਰੂ ਇਹਨਾਂ ਚਰਨਾਂ 'ਚ ਪਤਵਾਰ ਬਣਾਏ ਜਾਂਦੇ ਨੇ, ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ, ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ, ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ, ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਪਹਿਲੀ ਪਾਤਸ਼ਾਹੀ ਮਹਾਰਾਜ ਨੇ ਹੀਰਾ ਸੰਸਾਰ 'ਚ ਪ੍ਰਗਟ ਕੀਤਾ ਹੈ। ਜਿੱਥੇ ਸਤਸੰਗ ਕਰਦੇ ਨੇ ਤੇ ਦਿਲ ਕਰਦਾ ਹੈ ਵਚਨ ਸੁਣੀ ਜਾਈਏ। ਗ੍ਰੰਥ ਪੜ੍ਹ ਕੇ ਵੇਖੋ ਤੁਸੀਂ ਕੀ ਲਿਖ ਰਹੇ ਨੇ। ਜਿਨ੍ਹਾਂ ਨੇ ਦੀਦਾਰ ਕੀਤੇ ਅੱਜ ਵੀ ਜਿਉਂਦੇ ਨੇ ਅਜੇ। ਉਹ ਬਟਾਲੇ ਦੀ ਗੱਲ ਹੈ, ਇੱਕ ਬਜ਼ੁਰਗ ਬੰਦਾ ਸਰਦਾਰ ਸੀ। ਉਹਨਾਂ ਨੇ ਕੀ ਕੀਤਾ ਕਿ ਚਕੌੜੀ ਆਸਣ ਵਾਸਤੇ ਉਹਨਾਂ ਜਗ੍ਹਾ ਦਿੱਤੀ ਤੇ ਉਹ ਆ ਗਿਆ। ਡਾਂਗ ਹੱਥ 'ਚ ਫੜੀ ਹੈ, ਬਜ਼ੁਰਗ ਹੋਇਆ ਦਾ ਸੀ, ਮੂੰਹ 'ਚ ਦੰਦ ਕੋਈ ਨਹੀਂ ਹੈ। ਮਹਾਰਾਜ ਜੀ ਬੈਠੇ ਸਨ, ਇਹ ਸਰੀਰ ਸੇਵਾ ਵਿੱਚ ਸੀ। ਮੈਂ ਪੱਖਾ ਕਰ ਰਿਹਾ ਸੀ ਖਲੋ ਕੇ। ਇਹ ਨਹੀਂ ਸੀ ਬੱਤੀ ਨਹੀਂ ਸੀ ਹੈਗੀ, ਬੱਤੀ ਹੈ ਸੀ। ਮਹਾਰਾਜ ਕਹਿੰਦੇ ਨੇ ਪੱਖਾ ਬੰਦ ਕਰ ਦੇ, ਤੇ ਪੱਖਾ ਫੜ ਲਾ ਹੱਥ ਵਿੱਚ। ਗੁਰੂ ਸਾਡਾ ਬੁਰਾ ਸੋਚਦਾ। ਹੁਣ ਤੁਸੀਂ ਆਂਦੇ ਹੋ ਕਿ ਪਤਾ ਨਹੀਂ ਕੀ ਲਾਲਚ ਇਹਨਾਂ ਨੂੰ, ਬੱਤੀ ਕਿਉਂ ਨਹੀਂ ਫੂਕਣ ਦੇਣ ਡੇ। ਪਿਆਰੀ ਸਾਧ ਸੰਗਤ, ਇਹ ਨਹੀਂ ਸੀ ਉਹਨਾਂ ਦੇ ਅੰਦਰ ਖਿਆਲ। ਇਹ ਸਰੀਰ ਜਾਣ ਗਿਆ ਉਸੇ ਵੇਲੇ, ਤੇਰੇ ਬੜੇ ਚੰਗੇ ਕਰਮ ਨੇ, ਭਾਗ ਤੇਰੇ ਚੰਗੇ ਨੇ, ਤੈਨੂੰ ਸੇਵਾ ਮਿਲ ਗਈ ਹੈ। ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ। ਨਹੀਂ ਤੇ ਅਸੀਂ ਕਹਿੰਦੇ ਹਾਂ ਬੱਤੀ ਪੱਖਾ ਚਲਾ ਦਿੰਦੇ ਹਾਂ। ਅੱਜ ਦੇ ਸੇਵਕ ਸਾਡੇ ਜਿਹੜੇ ਨੇ ਕੋਲ, ਅੱਜ ਦੇ ਸੇਵਕ ਸਾਡੇ ਕੋਲ ਜਿਹੜੇ ਨੇ, ਉਹ ਤਾਂ ਇਹੋ ਹੀ ਕੰਮ ਕਰਨਗੇ। ਬੱਤੀ ਆਉਣ ਡਈ ਹੈ, ਬਟਨ ਸੁੱਟਦੇ ਥੱਲੇ, ਆਰਾਮ ਨਾਲ ਬਹਿ ਕੇ ਗੱਪਾਂ ਮਾਰਨੇ ਦੂਜੇ ਕਮਰੇ ਜਾ ਕੇ। ਮਹਾਰਾਜ ਜੀ ਕਹਿੰਦੇ ਨੇ ਕਿ ਸੇਵਕ ਕੋ ਸੇਵਾ ਬਣੇ ਆਈ, ਹੁਕਮ ਬੂਝ ਪਰਮ ਪਦ ਪਾਈ। ਮਾਰੇ 7 ਬਚਨ। ਬੀਬੀ ਇੱਕ ਆਈ, ਭਾਈ ਜੀ ਜਾਣਦੇ ਨੇ, ਸੁਨਿਆਰਿਆਂ ਦੀ ਬੀਬੀ ਸੀ। ਉਹ ਬੜਾ ਆਣਾ ਜਾਣਾ ਸੀ। ਮੈਂ ਪੱਖਾ ਕਰਦਾ ਪਿਆ, ਪਸੀਨਾ ਬੜਾ ਆ ਗਿਆ। ਦੁਪਹਿਰ ਲੱਗੀ ਹੋਈ ਹੈ, ਜੇਠ ਦਾ ਮਹੀਨਾ ਹੈ। ਕੀ ਕੀਤਾ, ਉਹ ਆ ਕੇ ਖਲੋ ਕੇ ਪਤਾ ਕੀ ਕਹਿੰਦੀ ਹੈ, ਮਹਾਰਾਜ ਜੀ ਤੁਹਾਡੇ ਜਿਹੜੇ ਬੱਚੇ ਨੇ ਨਾ, ਇਹ ਬੜੇ ਚੰਗੇ ਨੇ, ਬਹੁਤ ਸੇਵਾ ਕਰਦੇ ਹੈ। ਨਾਲੇ ਹੱਸਿਆ, ਹੱਸ ਪਈ, ਹੱਸ ਕੇ ਕਿਹਾ। ਤੇ ਮਾਰੀ ਕਹਿੰਦੇ ਨੇ ਕਿ ਬੀਬੀ ਨੂੰ, ਉਹਨੂੰ ਕਹਿੰਦੇ ਨੇ, ਕਿਉਂਕਿ ਮੈਨੂੰ ਯਾਦ ਭੁੱਲ ਜਾਂਦਾ ਨਾਂ ਛੇਤੀ, ਰੂਪ ਰਾਣੀ। ਕਹਿੰਦੇ ਰੂਪ ਰਾਣੀ, ਤੂੰ ਪੱਖਾ ਬੰਦ ਕਰਵਾ ਕੇ ਜਾ ਭਲਾ ਘਰ, ਆਪਣੇ ਘਰ ਕੀ ਤੇਰੇ 2 ਮੁੰਡੇ ਨੇ, ਕਿਸੇ ਨੂੰ ਕਹਿ ਦੇ, ਪੋਤਰੇ ਨੂੰ ਕਹਿ ਦੇ ਕਿ ਗੱਲ ਕੀ, ਤੂੰ ਗੱਲ ਕੀ, ਇਹ ਪੱਖਾ ਬੰਦ ਕਰਕੇ ਤੇ ਪੱਖੀ ਝੱਲ ਮੈਨੂੰ। ਉਹ ਕਹਿੰਦੀ ਮਹਾਰਾਜ ਜੀ ਉਹ ਤੇ ਇਹ ਕੰਮ ਨਹੀਂ ਕਰਨਗੇ। ਕਹਿੰਦੇ ਫਿਰ ਇੱਕ ਗੱਲ ਹੋਰ ਹੈ, ਬਾਹਰ ਫਰਸ਼ੀ ਟਾਇਰ ਲੱਗੀ ਹੋਈ ਸੀ ਸੀਮਿੰਟ ਦੀ, ਤੇ ਧੁੱਪ ਬੜੀ ਪਈ ਹੋਈ ਪੈਣ ਡਈ ਸੀ, ਸੜੀਆਂ ਟਾਇਰ ਸੀ। ਕਹਿੰਦੇ ਇਹ ਸਾਡਾ ਸੇਵਾਦਾਰ ਹੈ, ਇਹਨੂੰ ਆਖੀ ਨੂੰ ਜਾ ਕੇ ਪੱਥਰ ਉਹ ਟਾਇਲਾਂ 'ਚ ਧੁੱਪੇ ਜਾ ਕੇ ਖਲੋ ਜਾ ਨੰਗੇ ਪੈਰੀਂ, ਇਹ ਅਡੋਲ ਖਲੋ ਜਾਏਗਾ। ਉਹ ਕਹਿੰਦੀ ਹੈ ਮਹਾਰਾਜ ਜੀ ਮੈਂ ਇਸੇ ਕਰਕੇ ਨਹੀਂ, ਤੁਹਾਡੇ ਬੱਚੇ ਚੰਗੇ ਨੇ। ਕਹਿੰਦੇ ਅਸੀਂ ਜੰਮੇ ਤਾਂ ਨਹੀਂ ਹੈਗੇ। ਉੱਥੇ ਫਿਰ ਮੈਨੂੰ ਪਤਾ ਦੱਸਿਆ ਉਹਨਾਂ ਨੇ ਕੀ ਕਿਹਾ। ਕਹਿੰਦੇ ਨੇ ਬੀਬੀ ਨੂੰ ਕਹਿੰਦੇ ਨੇ ਰੂਪ ਰਾਣੀ, ਔਲਾਦ 2 ਤਰ੍ਹਾਂ ਦੀ ਹੁੰਦੀ ਹੈ ਸੰਤਾਂ ਦੀ।
ਦੋ ਤਰ੍ਹਾਂ ਦੀ ਸੰਤਾਂ ਦੀ ਇਲਾਜ ਇੱਕੋ ਹੀ ਹੁੰਦੀ ਹੈ। ਗ੍ਰਸਤੀਆਂ ਦੀ ਵੀ ਅਤੇ ਸੰਤਾਂ ਦੀ ਇਲਾਜ ਫਰਕ ਇੰਨਾ ਹੈ। ਤੁਹਾਡੀ ਇਲਾਜ ਬਿੰਦੂ ਇਲਾਜ ਹੈ ਜੋ ਵੀਰਜ ਤੋਂ ਪੈਦਾ ਹੁੰਦੀ ਹੈ। ਜਿਹੜੀ ਸਾਡੀ ਔਲਾਦ ਹੈ ਇਹ ਨਾਦੀ ਔਲਾਦ ਹੈ, ਇਹ ਆਨਾ ਨਾਦ ਤੋਂ ਪੈਦਾ ਹੁੰਦੀ ਹੈ। ਕੰਨ 'ਚ ਫੂਕ ਮਾਰ ਕੇ ਸ਼ਬਦ ਦੀ ਧਾਰ 'ਚ ਲਾ ਕੇ ਸੇਵਕ ਬਣਾ ਲਿਆ। ਪਰ ਕਹਿੰਦੇ ਤੁਸੀਂ ਚੁੱਕ ਕੇ ਖਿਡਾਇਆ, ਪਾਲਿਆ, ਪੜ੍ਹਾਇਆ, ਪਰ ਫਿਰ ਵੀ ਤੁਹਾਡੇ ਨੇ ਹਿੱਤ ਨਹੀਂ। ਜਿੰਨਾ ਗੱਲ ਕੀ ਇਹਨਾਂ ਦਾ ਸਾਨੂੰ ਪਲੇ ਪਲਾਏ ਮਿਲ ਗਏ ਨੇ, ਇਹਨਾਂ ਹਿੱਤ ਹੈ। ਅੱਜ ਉਹ ਬਾਬਾ ਸਰੂਪਾਨੰਦ ਮਹਾਰਾਜ ਜੀ ਬੈਠੇ ਨੇ ਤੇ ਲੱਕੀ ਮਰਵਤ ਤੋਂ ਕੀ ਕੀਤਾ? ਸਵਾਮੀ ਆਪਣਾ ਹੇਮਰਾਜ ਜੀ, ਪਹਿਲਾ ਨਾਂ ਜਿਹੜਾ ਸੀ ਸਵਾਮੀ ਨਿਜਾਤਨੰਦ ਮਹਾਰਾਜ, ਤੀਸਰੀ ਪਾਤਸ਼ਾਹੀ ਸਾਡੀ, ਕੀ ਕੀਤਾ? ਉਹ ਸੇਵਕਾਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਆ ਕੇ ਫਰਿਆਦ ਕੀਤੀ, ਮਹਾਰਾਜ ਜੀ ਸਾਡੇ ਲੱਕੀ ਮਰਵਤ ਦੇ ਭਾਗ ਵੀ ਜਗਾਓ। ਲੱਕੀ ਮਰਵਤ 'ਚ ਆ ਕੇ ਉਹਦੇ ਭਾਗ ਜਗਾਓ, ਕਿਰਪਾ ਕਰੋ। ਮਹਾਰਾਜ ਜੀ ਕਹਿੰਦੇ ਨੇ ਬਿਲਕੁਲ ਠੀਕ ਹੈ, ਅਸੀਂ ਆਵਾਂਗੇ। ਦਿਨ ਨਿਸ਼ਚਿਤ ਕੀਤਾ ਗਿਆ। ਨੰਗਲੀ ਵਾਲੇ ਮਹਾਰਾਜ ਜੀ ਜਿਹੜੇ ਸਨ ਉਹਨਾਂ ਨੇ ਕੀ ਕੀਤਾ? ਇਕੱਲੇ ਹੀ ਤੁਰ ਪਏ। ਜਿਹੇ ਲੱਕੀ ਮਰਵਤ ਪਹੁੰਚੇ ਨੇ ਤੇ ਪਤਾ ਲੱਗ ਗਿਆ ਉਹ ਵੀ ਉਡੀਕ ਰਹੇ ਸਨ, ਅੱਜ ਆ ਰਹੇ ਨੇ, ਉਹ ਰਾਹ ਉਡੀਕ ਰਹੇ ਸਨ। ਪਰ ਮਹਾਰਾਜ ਨੇ ਗੱਲ ਕੀ? ਇਹੋ ਜਿਹੀ ਗੱਲ ਕੀ ਰਚਨਾ ਰਚ ਦਿੱਤੀ ਜਿਸ ਨੂੰ ਮਾਲਕ ਆਪ ਹੀ ਜਾਣਦਾ ਹੈ। ਬਈਵਾ ਤੇਰੀ ਕੌਣ ਜਾਣਦਾ, ਤੇਰੇ ਰੰਗਾਂ ਦਾ ਅੰਤ ਨਾ ਆਵੇ। ਮਹਿਮਾ ਤੇਰੀ ਕੌਣ ਜਾਣਦਾ, ਤੇਰੇ ਰੰਗਾਂ ਦਾ ਅੰਤ ਨਾ ਆਵੇ। ਮਹਿਮਾ ਤੇਰੀ ਕੌਣ ਜਾਣਦਾ, ਤੇਰੇ ਰੰਗਾਂ ਦਾ ਅੰਤ ਨਾ ਆਵੇ। ਮਹਿਮਾ ਤੇਰੀ ਕੌਣ ਜਾਣਦਾ, ਤੇਰੇ ਰੰਗਾਂ ਦਾ ਅੰਤ ਨਾ ਆਵੇ। ਮਹਿਮਾ ਤੇਰੀ ਕੌਣ ਜਾਣਦਾ, ਤੇਰੇ ਰੰਗਾਂ ਦਾ ਅੰਤ ਨਾ ਆਵੇ। ਮਹਿਮਾ ਤੇਰੀ ਕੌਣ ਜਾਣਦਾ, ਤੇਰੇ ਰੰਗਾਂ ਦਾ ਅੰਤ ਨਾ ਆਵੇ। ਮਹਿਮਾ ਤੇਰੀ ਕੌਣ ਜਾਣਦਾ, ਤੇਰੇ ਰੰਗਾਂ ਦਾ ਅੰਤ ਨਾ ਆਵੇ। ਮਹਿਮਾ ਤੇਰੀ ਕੌਣ ਜਾਣਦਾ, ਤੇਰੇ ਰੰਗਾਂ ਦਾ ਅੰਤ ਨਾ ਆਵੇ। ਮੈਨੂੰ ਯਾਦ ਆ ਗਿਆ, ਮੇਰੇ ਹੁੰਦਿਆਂ ਸਪੀਕਰ ਫੜਾਤਾ ਉੱਧਰ ਨੂੰ, ਅੱਗੇ ਬੋਲਦੇ ਨੇ, ਅੱਜ ਨਹੀਂ ਬੋਲਿਆ। ਪਰ ਦੂਸਰੀ ਪਾਤਸ਼ਾਹੀ ਮਹਾਰਾਜ ਜੀ ਰਮਾਇਣ ਦਾ ਸਤਸੰਗ ਕਰਦੇ ਸਨ। ਸਾਰ ਸ਼ਬਦਾਨੰਦ ਜਲੰਧਰ ਵਾਲੇ, ਉਹਨਾਂ ਨੂੰ ਕੀ ਕੀਤਾ ਕਿ ਉਹਨਾਂ ਖਲੋ ਕੇ ਰਮਾਇਣ ਦੀ ਚੌਪਾਈ ਬੋਲਣੀ ਤੇ ਮਹਾਰਾਜ ਸਤਸੰਗ ਕਰਨਾ। ਘੰਟਾ ਘੰਟਾ 2-2 ਘੰਟੇ ਸਤਸੰਗ ਕਰਦੇ ਰਹਿਣਾ। ਤੇ ਇੱਕ ਦਿਨ ਮਨ 'ਚ ਵਿਚਾਰ ਆਇਆ ਉਹਨਾਂ ਦੇ, ਕਹਿੰਦੇ ਮਹਾਰਾਜ ਜੀ ਕਿਆ ਹੀ ਚੰਗਾ ਕਰਨ ਕਿ ਜਦੋਂ ਚੌਪਾਈ ਮੈਂ ਬੋਲ ਲੈਣਾ ਮੈਨੂੰ ਕਹਿ ਦੇਣ ਬਹਿ ਜਾ ਤੂੰ ਇੱਥੇ, 2 ਘੰਟੇ ਜੋ ਖੜੇ ਜੋ ਰਹਿਣਾ ਮੈਂ, ਤੇ ਗੱਲ ਕੀ ਮੈਨੂੰ ਕਹਿਣ ਬਹਿ ਜਾ। ਅਜੇ ਇੰਨਾ ਫੁਰਨਾ ਅੰਦਰ ਹੈ ਤੇ ਕੋਲ ਹੀ ਮੰਜਾ ਸੀ ਮਹਾਰਾਜ ਦਾ। ਘੱਟ ਘੱਟ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੇ ਕੀ ਬੋਲਦੇ ਨੇ? ਕਹਿੰਦੇ ਆ ਮਰਾਸੀ ਖੜਾ ਹੈ ਸਾਡੇ ਕੋਲ, ਇਹ ਕੀ ਕਹਿਣ ਡੇ ਅੰਦਰ? ਜੇ ਗੱਲ ਕੀ ਇਹ ਪੜ੍ਹਿਆ ਨਾ ਹੁੰਦਾ, ਇਹ ਸਾਡੇ ਨਾਲ ਨਾ ਹੁੰਦਾ ਤੇ ਪੜ੍ਹਿਆ ਨਾ ਹੁੰਦਾ ਤੇ ਅੱਜ ਸਾਰੀ ਸੰਗਤ ਦੇ ਸਾਹਮਣੇ ਗੱਲ ਕੀ ਤੁਹਾਨੂੰ ਇਹ ਦੀਦਾਰ ਦੇ ਰਿਹਾ ਹੈ, ਤੁਸੀਂ ਦੀਦਾਰ ਕਰਨਾ ਸੀ ਇਹਦਾ। ਸਾਰੀ ਸੰਗਤ ਦੇ ਸਾਹਮਣੇ ਦੀਦਾਰ ਦੇ ਰਿਹਾ ਹੈ, ਤੁਸੀਂ ਦੀਦਾਰ ਕਰ ਰਹੇ ਹੋ, ਦਾ ਦਰਸ਼ਨ ਕਰ ਰਹੇ ਹੋ। ਪਰ ਇਹਨੂੰ ਪੁੱਛੋ ਜੇ ਇਹ ਪੜ੍ਹਿਆ ਨਾ ਹੁੰਦਾ, ਇਹ ਜਾਣਦਾ ਨਾ ਹੁੰਦਾ ਤੇ ਇਹਦੀ ਸ਼ਕਲ ਕਿਹਨੇ ਵੇਖਣੀ ਸੀ? ਪਿਆਰੀ ਸਾਧ ਸੰਗਤ ਦੀ ਸੋਚਨੇ ਅਸੀਂ ਇਹ ਕਿ ਜੇ ਸਾਨੂੰ ਬੋਲਣਾ ਹੁੰਦਾ ਹੈ ਤੇ ਤਾਂ ਹੀ ਸਾਨੂੰ ਕਿਹਾ ਨਾ, ਅਸੀਂ ਦੂਜਿਆਂ ਨੂੰ ਕਹਿ ਦਿੰਦੇ ਹਾਂ। ਬੋਲਣਾ ਆਪ ਵੀ ਹੈਗਾ ਦੂਜੇ ਨੂੰ ਦੁਖੀ ਕਰਨ ਵਾਸਤੇ। ਪਰ ਮੈਂ ਦੁਖੀ ਕੀ ਹੋਣਾ ਹੈ? ਮੈਂ ਤੇ ਅੱਗੇ ਦੁੱਖਾਂ ਦਾ ਮਾਰਿਆ ਪਿਆ। ਪਿਆਰੀ ਸਾਧ ਸੰਗਤ, ਗੁਰੂ ਮਹਾਰਾਜ ਕੀ ਕੀਤਾ? ਹੇਮਰਾਜ ਜੀ ਆਜ਼ਾਦ ਵਿੱਚ ਸੰਗਤ ਨੂੰ ਲੈ ਕੇ ਬੈਠੇ ਨੇ ਤੇ ਨੰਗਲੀ ਵਾਲੇ ਮਾਰੇ ਇਕੱਲੇ ਚਲੇ ਗਏ।
ਜਿਹੜੇ ਚੱਲ ਗਏ ਤੇ ਜਾਣਦੇ ਉਹਨੂੰ ਕੀ ਕੀਤਾ, ਉਹਨਾਂ ਇੱਕ ਬੜਾ ਵੱਡੀ ਹਵੇਲੀ ਸੀ ਜਿਹਦੀ 4 ਦੀਵਾਰੀ ਹੋਈ ਦੀ ਸੀ, ਕੱਚੀ ਕੰਧ ਨਾਲ 4 ਦੀਵਾਰੀ ਕੀਤੀ ਹੋਈ, ਤੇ ਬੜੀ ਤਗੜੀ ਵਲਗਣ ਸੀ। ਉੱਥੇ ਮਹਾਰਾਜ ਦਾ ਆਸਣ ਲਾਤਾ ਕਿ ਸੰਗਤ ਬੜੀ ਆਉਣੀ ਹੈ, ਸੰਗਤ ਬਹੁਤ ਆਉਣੀ ਹੈਗੀ ਹੈ। ਤੇ ਜਦੋਂ ਗੱਲ ਕੀ ਸੰਗਤ ਆਉਣੀ ਹੈ ਤਾਂ ਫਿਰ ਸਮਾਈ ਨਹੀਂ ਜਾਣੀ ਹੈਗੀ। ਆਸੇ ਪਾਸੇ ਪਿੰਡਾਂ 'ਚ ਧੁੰਮ ਪੈ ਗਈ। ਮਹਾਨ ਤਪਸਵੀ, ਰੂਹਾਨੀਅਤ ਦੇ ਮਾਲਕ ਬਾਬਾ ਸਰੂਪਾਨੰਦ ਦੇ ਰੂਪ ਵਿੱਚ ਪ੍ਰਗਟ ਹੋਏ ਨੇ, ਤੇ ਉਹਨਾਂ ਨੇ ਸਤਸੰਗ ਕਰਨਾ ਹੈ। ਉਹਨਾਂ ਦੀ ਬਾਣੀ ਵਿੱਚ ਰਸ ਆ ਗਿਆ, ਸਿਮਰਨ ਕਰਕੇ, ਨਾਮ ਜਪ ਕੇ ਬਾਣੀ 'ਚ ਰਸ ਆ ਗਿਆ, ਚਿਹਰੇ 'ਤੇ ਜਲਾਲ ਆ ਗਿਆ, ਨੂਰ ਆ ਗਿਆ ਸਿਮਰਨ ਕਰਕੇ। ਕੀ ਕੀਤਾ ਮਹਾਰਾਜ ਨੇ? ਸਤਸੰਗ ਕੀਤਾ। 1 ਦਿਨ ਕੀਤਾ, 2 ਦਿਨ ਕੀਤਾ, 3 ਦਿਨ ਕੀਤਾ, ਤੇ ਮਹਾਰਾਜ ਜੀ ਉਸੇ ਆਸਣ 'ਤੇ ਰਹੇ, ਕਿਸੇ ਦੇ ਘਰ ਨਹੀਂ ਗਏ। ਇੱਕ ਦਿਨ ਕੀ ਕੀਤਾ, ਲੀਲਾ ਰਚਾਈ ਉਹਨਾਂ ਨੇ, ਲੀਲਾ ਰਚਾ ਦਿੱਤੀ। ਕੀ ਹੋਇਆ ਕਿ ਸਾਰੇ ਹੀ ਐਸੀ ਬੁੱਧੀ ਤੇ ਪੜਦਾ ਪਾਤਾ ਸੇਵਕਾਂ ਦਾ, ਕਿਸੇ ਨੇ ਨਾ ਮਹਾਰਾਜ ਨੂੰ ਗੱਲ ਕੀ ਨਮਸਕਾਰ ਕਰਕੇ ਚਲਦੇ ਗਏ, ਕਿਸੇ ਨੇ ਇਹ ਨਹੀਂ ਕਿਹਾ ਕਿ ਮਹਾਰਾਜ ਨੂੰ ਘਰ ਲੈ ਚਲੀਏ। ਇਹ ਪੜਦਾ ਪਾਤਾ ਬੁੱਧੀ ਉੱਤੇ। ਉਹ ਰਚਨਹਾਰ ਆਪ ਸਨ, ਉਹਨਾਂ ਨੇ ਜਗਤ ਵਿੱਚ ਕੀ ਕਰਨਾ ਸੀ? ਭਗਤੀ ਦਾ ਨਾਂ ਉੱਚਾ ਕਰਨਾ ਸੀ। ਆਪਣੀ ਵਡਿਆਈ ਨਹੀਂ ਚਾਹੁੰਦੇ, ਉਹ ਦੁਨੀਆ ਵਿੱਚ ਉਹ ਪਰਮਾਤਮਾ ਨੂੰ ਉੱਚਾ ਕਰਨਾ ਚਾਹੁੰਦੇ ਨੇ ਕਿ ਪਰਮਾਤਮਾ ਹੀ ਸੰਸਾਰ ਵਿੱਚ ਹੈ। ਨਾਮ ਦੀ ਵਡਿਆਈ ਹੈ, ਸਿਮਰਨ ਦੀ ਵਡਿਆਈ ਹੈ। ਬੰਦੇ ਦੀ ਵਡਿਆਈ ਕੋਈ ਨਹੀਂ ਹੈਗੀ। ਬੰਦਾ ਤੇ ਜੰਮਣ ਮਰਨ ਵਿੱਚ ਹੈ। ਜੋ ਜਨਮਦਾ ਤੇ ਮਰਦਾ ਹੈ ਉਹਦੀ ਵਡਿਆਈ ਕਾਹਦੀ ਹੈ? ਇਹ ਵਡਿਆਈ ਹੈ ਕੋਈ? ਖੈਰ, ਅੱਧੀ ਰਾਤ ਬੀਤ ਗਈ, ਬੜਾ ਜ਼ੋਰ ਦੀ ਬੱਦਲ ਆਇਆ। ਮਹਾਰਾਜ ਜੀ ਆਪਣੇ ਆਸਣ 'ਤੇ ਅਡੋਲ ਨੇ। ਸਾਰੇ ਪਾਸੇ ਕੀ ਹੋਇਆ? ਬੜਾ ਮੀਂਹ ਪਿਆ, ਝੱਖੜ ਬਹੁਤ ਆਇਆ। ਤੇ ਕੀ ਹੋਇਆ ਕਿ ਜਿਸਲੇ ਕਾਲੀ ਰਾਤ ਤੇ ਇੰਨਾ ਮੀਂਹ ਆਇਆ ਕਿ ਬਾਹਰ ਗੱਲ ਕੀ ਪਾਣੀ ਜਿਹੜਾ ਗਲੀਆਂ ਜਿਹੜੀਆਂ ਨੇ ਉਹ ਛਲਬਲ ਕਰਨ ਡੀਆਂ ਨੇ, ਚੱਲਣ ਡਿਆ ਪਾਣੀ। ਸਵਾਮੀ ਜੀ ਹੇਮਰਾਜ ਜੀ ਬਾਅਦ 'ਚ ਜਿਹੜੇ ਸਵਾਮੀ ਨਿਜਾਤਮਾਨੰਦ ਮਾਰੇ ਨਾਮ ਨਾਲ ਪ੍ਰਗਟ ਹੋਏ, ਉਹਨਾਂ ਨੇ ਕੀ ਕੀਤਾ? ਉਹ ਅੰਨ ਭਗਤ ਹੋਏ ਨੇ, ਗੁਰੂ ਮਹਾਰਾਜ ਦੇ ਅੰਨ ਭਗਤ ਹੋਏ ਨੇ। ਉਹਨਾਂ ਨੇ ਕੀ ਕੀਤਾ ਕਿ ਵਿਚਾਰ ਕੀਤੀ, 1-2 ਸੇਵਾਦਾਰਾਂ ਨੂੰ ਇਕੱਠਿਆਂ ਕਰਕੇ ਆਵਾਜ਼ਾਂ ਮਾਰ ਕੇ ਬਾਹਰ ਕੱਢਿਆ, ਲਾਲਟਨ ਜਗਾ ਕੇ ਕਹਿੰਦੇ ਆਓ ਚੱਲੀਏ, ਗੁਰੂ ਮਹਾਰਾਜ ਪਤਾ ਨਹੀਂ ਕਿੱਥੇ ਨੇ, ਤੇ ਇੰਨਾ ਮੀਂਹ ਹੈ ਪਿਆ, ਤੇ ਮਹਾਰਾਜ ਜੀ ਕਿਤੇ ਮੀਂਹ 'ਚ ਬਾਹਰ ਤੇ ਨਹੀਂ ਕਿਤੇ ਹੈਗੇ। ਹੋਸ਼ ਆਈ ਜਿਸ ਵੇਲੇ, ਤੇ ਕੀ ਕੀਤਾ? ਜਿਹੜੇ ਗਏ ਜਾ ਕੇ ਕੀ ਵੇਖਿਆ? ਮਹਾਰਾਜ ਜੀ ਅਡੋਲ ਆਸਣ 'ਤੇ ਬੈਠੇ ਨੇ, ਜਿੱਥੇ ਗੱਲ ਕੀ ਸਨ ਆਸਣ ਦੇ ਵੱਲ ਗਏ ਨੇ, ਅਡੋਲ ਆਸਣ 'ਤੇ ਬੈਠੇ ਨੇ। 5-5 ਫੁੱਟ ਤੱਕ ਇੱਕ ਵੀ ਬੂੰਦ ਨਹੀਂ ਪਈ। ਸਾਰੇ ਪਾਸੇ ਗੋਲ ਚੱਕਰ ਹੈ ਆਸਣ ਦੇ, ਤੇ 5-5 ਫੁੱਟ ਤੱਕ ਇੱਕ ਬੂੰਦ ਹੀ ਨਹੀਂ ਪਈ। ਤੇ ਬਾਹਰ ਪਾਣੀ ਜਿਹੜਾ ਸੀ ਉਹ ਗਲੀਆਂ ਲਬਾਲਬ ਭਰੀਆਂ ਹੋਈਆਂ ਨੇ। ਇਹਨਾਂ ਜਾ ਕੇ ਡੰਡੌਤ ਕੀਤੀ। ਮਹਾਰਾਜ ਨੇ ਗੱਲ ਨੇਤਰ ਖੋਲੇ, ਪੁੱਛਿਆ ਭਈ ਤੁਸੀਂ ਇਸ ਵੇਲੇ ਤੁਸੀਂ ਕਿਉਂ ਆਏ ਹੋ? ਇੰਨੀ ਰਾਤ ਚਲੇ ਗਈ, ਤੁਸੀਂ ਇਸ ਵੇਲੇ ਕਿਉਂ ਆਏ ਹੋ? ਤੇ ਉਸ ਵੇਲੇ ਸਵਾਮੀ ਜੀ ਮਾਰੀ ਕਹਿੰਦੇ ਨੇ, ਆਖਿਆ ਮਹਾਰਾਜ ਜੀ ਸਾਡੀ ਬੁੱਧੀ ਨੇ ਕੰਮ ਨਹੀਂ ਕੀਤਾ, ਪਤਾ ਨਹੀਂ ਤੁਸੀਂ ਕਿਸੇ ਘਰ ਚਲੇ ਗਏ ਹੋਗੇ ਜਾਂ ਗੱਲ ਕਿੱਥੇ ਤੁਸੀਂ। ਇੰਨਾ ਮੀਂਹ ਪਿਆ ਹੈ, ਸਾਡਾ ਦਿਲ ਹਿੱਲ ਗਿਆ, ਅਸੀਂ ਇਸ ਕਰਕੇ ਲਾਲਟਨ ਜਗਾ ਕੇ ਆਏ ਹਾਂ ਆਪ ਜੀ ਦੇ ਪਾਸ। ਕਹਿੰਦੇ ਬਾਹਰ ਬੜਾ ਮੀਂਹ ਪੈ ਰਿਹਾ? ਕਹਿੰਦੇ ਬਹੁਤ ਮੀਂਹ ਪੈ ਰਿਹਾ। ਕਹਿੰਦੇ ਵੀ ਪਿਆ ਹੋਵੇਗਾ, ਤੁਹਾਨੂੰ ਪਤਾ ਹੋਵੇਗਾ, ਸਾਨੂੰ ਤਾਂ ਕੋਈ ਪਤਾ ਨਹੀਂ ਮੀਂਹ ਪਿਆ ਕਿ ਨਹੀਂ ਪਿਆ। ਇੰਨਾ ਵਚਨ ਕੀਤਾ ਤੇ ਉਹਨਾਂ ਵੇਖਿਆ ਕਿ 5-5 ਫੁੱਟ ਤੱਕ ਵਾਕਈ ਬੂੰਦ ਕੋਈ ਨਹੀਂ ਪਈ। ਕਹਿੰਦੇ ਨੇ ਜੀ ਬਈ ਜੇ ਬੜਾ ਮੀਂਹ ਪੈ ਰਿਹਾ ਹੈ ਤੇ ਅਸੀਂ ਘਰ ਨੂੰ ਤੁਹਾਡੇ ਨਾਲ ਚੱਲ ਜਾਂਦੇ ਹਾਂ। ਜੇ ਮੀਂਹ ਬਹੁਤ ਪੈ ਰਿਹਾ ਹੈ ਤੇ ਅਸੀਂ ਘਰ ਤੁਹਾਡੇ ਨਾਲ ਚੱਲ ਜਾਂਦੇ ਹਾਂ। ਪਰ ਉੱਥੇ ਕੀ ਕੀਤਾ? ਕਹਿੰਦੇ ਇੱਥੇ ਤੇ ਇੱਕ ਬੂੰਦ ਵੀ ਨਹੀਂ ਗਿਰੀ। ਜਾਣ ਗਏ, ਉਹ ਸਾਰੇ ਸੇਵਕ ਜਾਣ ਗਏ ਕਿ ਭਈ ਇਹ ਤੇ ਕੁਦਰਤ ਨੂੰ ਪਤਾ ਮੀਂਹ ਪੈਣ ਡਿਆ, ਸਾਨੂੰ ਕੋਈ ਪਤਾ ਨਹੀਂ ਮੀਂਹ ਪੈਣ ਡਿਆ ਕਿ ਨਹੀਂ ਪੈਣ ਡਿਆ। ਸਾਡਾ ਆਸਣ ਸਾਰਾ ਸੁੱਕਾ ਹੈ।
ਉਹਨਾਂ ਉਹ ਜਾਣਗੇ ਕਿ ਕਹਿੰਦੇ ਨੇ ਕਿ ਇਹਨਾਂ ਵਿੱਚ ਤੇ ਪਰਮਾਤਮਾ ਦੀ ਕੋਈ ਭੇਦ ਨਹੀਂ ਹੈ। ਇਹ ਕੁਦਰਤ ਇਹਨਾਂ ਦੇ ਇਸ਼ਾਰੇ ਨਾਲ ਚੱਲ ਰਹੀ ਹੈ। ਆਪਾਂ ਬੋਲਦੇ ਹੁੰਦੇ ਹਾਂ ਕਦੇ ਕਦੇ, ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ, ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ। ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ, ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ। ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ, ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ। ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ, ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ। ਸ਼ਾਮ ਤੰਨੇ ਦੀਆਂ ਗਊਆਂ ਏ ਚਾਰੇ, ਸ਼ਾਮ ਤੰਨੇ ਦੀਆਂ ਗਊਆਂ ਹੈ ਚਾਰੇ। ਸ਼ਾਮ ਤੰਨੇ ਦੀਆਂ ਗਊਆਂ ਚਾਰੇ, ਸ਼ਾਮ ਤੰਨੇ ਦੀਆਂ ਗਊਆਂ ਚਾਰੇ। ਸ਼ਾਮ ਤੰਨੇ ਦੀਆਂ ਗਊਆਂ ਚਾਰੇ, ਸ਼ਾਮ ਤੰਨੇ ਦੀਆਂ ਗਊਆਂ ਚਾਰੇ। ਸ਼ਾਮ ਤੰਨੇ ਦੀਆਂ ਗਊਆਂ ਚਾਰੇ, ਸ਼ਾਮ ਤੰਨੇ ਦੀਆਂ ਗਊਆਂ ਚਾਰੇ। ਨਾਲੇ ਤੇ ਮੋੜਦਾ ਹੀ ਬੰਨੇ, ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ, ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ। ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ, ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ। ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ, ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ। ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ, ਮੈਂ ਬਲਹਾਰੇ ਜਾਵਾਂ ਸਾਹਿਬ ਜਿਨ੍ਹਾਂ ਦੀਆਂ ਮੰਨੇ। ਪਿਆਰੀ ਸਾਧ ਸੰਗਤ, ਹੁਣ ਉੱਥੇ ਕੀ ਹੋਇਆ? ਮਹਾਰਾਜ ਜੀ ਕਹਿੰਦੇ ਨੇ ਜਾਓ, ਜਾ ਕੇ ਘਰਾਂ ਨੂੰ ਜਾ ਕੇ ਆਰਾਮ ਕਰੋ। ਜਾ ਕੇ ਤੁਰੇ ਆਉਂਦੇ ਨੇ, ਵਚਨ ਮੰਨ ਲਿਆ ਮਹਾਰਾਜ ਦਾ, ਹੁਕਮ ਕੌਣ ਮੋੜ ਸਕਦਾ ਸੀ? ਵਾਪਸ ਆਉਣਾ ਪਿਆ। ਮਹਾਰਾਜ ਆਸਣ ਤੇ ਡੋਲ ਬੈਠੇ ਨੇ, ਤੁਰੇ ਆਉਂਦੇ ਨੇ, ਕਿਸੇ ਦੇ ਮੂੰਹੋਂ ਗੱਲ ਕੋਈ ਨਹੀਂ ਨਿਕਲਦੀ, ਇਹੋ ਹੀ ਨਿਕਲ ਰਿਹਾ, ਧੰਨ ਸਤਿਗੁਰੂ ਤੂੰ ਆਪੇ ਹੀ ਕੁਦਰਤ ਹੈ ਤੇ ਆਪੇ ਹੀ ਗੱਲ ਕੀ, ਤੂੰ ਗੱਲ ਕੀ, ਕੁਦਰਤ ਨੂੰ ਚਲਾਉਣ ਵਾਲਾ ਹੈ। ਇਹ ਤੇਰਾ ਹੀ ਰਾਜ ਹੈ ਇਸ ਧਰਤੀ ਉੱਤੇ, ਇਸ ਲੋਕ ਵਿੱਚ ਵੀ ਤੇਰਾ ਰਾਜ ਹੈ, ਪਰਲੋਕ ਵਿੱਚ ਵੀ ਤੇਰਾ ਰਾਜ ਹੈ। ਤੁਸੀਂ ਆਪ ਹੀ ਖੁਦ ਅਵਤਾਰ ਹੋ, ਆਪ ਹੀ ਮਾਲਕ ਹੋ ਤੇ ਆਪ ਹੀ ਸ੍ਰਿਸ਼ਟੀ ਦੇ ਕਰਤਾ ਹੋ, ਔਰ ਆਪ ਹੀ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਵੀ ਹੋ। ਮੂੰਹੋਂ ਕੋਈ ਗੱਲ ਨਿਕਲਦੀ ਨਹੀਂ। ਇਹਨਾਂ ਕਹਿੰਦੇ ਨੇ ਕਿ ਪਰਮਾਤਮਾ ਵਿੱਚ ਤੇ ਗੁਰੂ ਵਿੱਚ ਕੋਈ ਭੇਦ ਨਹੀਂ ਹੈ। ਅਗਲਾ ਦਿਨ ਹੋਇਆ ਕਿ ਲਾਗੇ ਡੇਰਾ ਇਸਮਾਇਲ ਖਾਂ ਸੀ। ਡੇਰਾ ਇਸਮਾਇਲ ਖਾਂ ਤੋਂ ਇੱਕ ਹੇਮਰਾਜ ਹੋਰ ਆ ਗਿਆ। ਉਹ ਸਵਾਮੀ ਨਿਜਾਤਮਾ ਮਹਾਰਾਜ ਨਹੀਂ ਸਨ, ਉਹ ਵੀ ਬਾਅਦ 'ਚ ਸੰਤ ਬਣਦੇ ਨੇ। ਉਹਨਾਂ ਦਾ ਨਾਂ ਰੱਖਿਆ ਸਵਾਮੀ ਅਖੰਡ ਪ੍ਰੇਮਾਨੰਦ। ਅਖੰਡ ਪ੍ਰੇਮਾਨੰਦ, ਸਵਾਮੀ ਅਖੰਡ ਪ੍ਰੇਮਾਨੰਦ। ਉਹ ਕਾਹਦੇ ਵਾਸਤੇ ਆਇਆ? ਉਹਨੂੰ ਪਤਾ ਲੱਗਾ ਗੁਰੂ ਮਹਾਰਾਜ ਦਾ ਸਤਸੰਗ ਚੱਲਦਾ ਹੈ ਅਤੇ ਮੈਂ ਵੀ ਜਾ ਕੇ ਕੀ ਕਰਾਂ ਕਿ ਉੱਥੇ 4 ਦਿਨ ਮੈਂ ਨਾਲੇ ਸੇਵਾ ਕਰਾਂ, ਨਾਲੇ 4 ਦਿਨ ਸਤਸੰਗ ਸੁਣਾਂ। ਅੱਜ ਤਾਂ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ। ਉਹਨਾਂ ਦਿਨਾਂ ਦੀ ਗੱਲ ਕਰ ਰਹੇ ਹਾਂ ਜਦੋਂ ਆਪਣੀ ਹੱਥੀਂ ਪੱਠੇ ਵੱਢ ਕੇ ਲਿਆਉਣੇ ਪੈਂਦੇ ਸਨ, ਡੰਗਰਾਂ ਨੂੰ ਪਾਉਣੇ ਪੈਂਦੇ ਸਨ। ਸਾਰਾ ਦਿਨ ਗੱਲ ਕੀ ਬੰਦਾ ਕੰਮ ਕਰਦਾ ਕਰਦੇ ਥੱਕ ਜਾਂਦਾ ਹੁੰਦਾ ਸੀ। ਆਪ ਪੱਠੇ ਵੱਢਣੇ, ਆਪ ਹੀ ਚੁੱਕ ਕੇ ਲਿਆਉਣੇ, ਫਿਰ ਆਪ ਹੀ ਗਾਲੀ ਕੁਤਰਨੇ। ਫਿਰ ਕੁਤਰਨੇ ਵੀ ਕਾਹਦੇ ਨਾਲ? ਇਸ ਟੋਕੇ ਨਾਲ ਨਹੀਂ, ਹੱਥ ਵਾਲੇ ਨਾਲ, ਜਿਹੜਾ ਦੂਜਾ ਉਹਦੇ ਨਾਲ ਕੁਤਰਨੇ।
ਤੇ ਡੰਗਰ ਵੀ ਬੜੇ ਬੜੇ ਤਗੜੇ ਹੁੰਦੇ ਹਨ, ਖਾਂਦੇ ਵੀ ਬੜਾ ਹੁੰਦੇ ਸਨ। ਉਹਨੇ ਵਿਚਾਰ ਕੀਤੀ ਚਲੋ ਗੁਰੂ ਮਹਾਰਾਜ ਦੇ ਜਾ ਕੇ ਦਰਸ਼ਨ ਕਰਨੇ ਆ, ਇੱਕ ਸੰਸਾਰੀ ਕੰਮ ਤੇ ਮੁੱਕਣੇ ਨਹੀਂ ਹੈਗੇ, ਇਹ ਕੰਮ ਦੀ ਕਮੀ ਰਹਿਣੀ ਹੈ। ਕਦੀ ਕੰਮ ਮੁੱਕਿਆ ਕਿਸੇ ਦਾ? ਬੁੱਢਾ ਹੋ ਜਾਂਦਾ ਹੈ, ਬਜ਼ੁਰਗ ਹੋਇਆ 90 ਸਾਲ ਦਾ, ਫਿਰ ਵੀ ਅਸੀਂ ਜਾ ਕੇ ਕਹਿੰਦੇ ਹਾਂ, ਮਰ ਜਾਵੇ ਤੇ ਕਹਿੰਦੇ ਹਾਂ ਜੀ ਬੜਾ ਮਾੜਾ ਕੰਮ ਹੋਇਆ। ਤੇ ਘਰ ਵਾਲੇ ਪਤਾ ਕੀ ਹੈ, ਭਾਵੇਂ ਨੱਕੋ ਨੱਕ ਆ ਜਾਣ ਪਰ ਫਿਰ ਵੀ ਉਹ ਉਹਨਾਂ ਨੂੰ ਨੱਕ ਨਮੂਜੀ ਕਹਿਣਾ ਪੈਂਦਾ ਹੈ ਜੀ ਹੁਣ ਹੋਇਆ ਤੇ ਬਹੁਤ ਮਾੜਾ ਹੈ, ਪਰ ਹੁਣ ਇਹਨੂੰ ਰੋਕ ਕੌਣ ਸਕਦਾ ਹੈ। ਫਰੀਦਾ ਮਾਲਕਲ ਮੌਜਾਂ ਆਪਸੀ ਸਭ ਦਰਵਾਜ਼ੇ ਭੰਨ, ਕਹਿੰਦੇ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਤੇ ਨਾਲ ਕੀ ਗਿਆ ਫਰੀਦਾ ਅਮਲ ਜੋ ਕੀਏ ਦੁਨੀਆ में तो दरगाह आवे ਕੰਮ। ਜਿਹੜੇ ਸੰਸਾਰ 'ਚ ਕਰਮ ਕੀਤੇ ਨੇ ਉਹਨਾਂ 'ਤੇ ਜਾ ਕੇ ਨਿਬੇੜਾ ਹੋਣਾ ਹੈ। ਕਿਸੇ ਜਾਤ ਨੇ ਨਿਬੇੜਾ ਨਹੀਂ ਕਰਨਾ, ਕਿਸੇ ਧਨ ਨੇ ਨਿਬੇੜਾ ਨਹੀਂ ਕਰਨਾ, ਸੁੰਦਰਤਾਈ ਨੇ ਨਿਬੇੜਾ ਨਹੀਂ ਕਰਨਾ, ਕਿਸੇ ਗੱਲ ਕੀ ਭਾਵੇਂ ਜਿੰਨੇ ਮਰਜ਼ੀ ਸੰਸਾਰ 'ਚ ਸਾਥੀ ਬਣਾ ਲਈਏ, ਕਿਸੇ ਨੇ ਸਾਥ ਨਹੀਂ ਜਾਣਾ, ਨਿਬੇੜਾ ਨਹੀਂ ਕਰਨਾ। ਤੇਰੇ ਅਮਲਾਂ ਤੇ ਹੋਣੇ ਨੇ ਨਬੇੜੇ, ਉਹ ਜਾਤ ਕਿਸੇ ਪੁੱਛਣੀ ਨਹੀਂ ਓ। ਤੇਰੇ ਅਮਲਾਂ ਤੇ ਹੋਣੇ ਨੇ ਨਬੇੜੇ, ਉਹ ਜਾਤ ਕਿਸੇ ਪੁੱਛਣੀ ਨਹੀਂ ਓ। ਤੇਰੇ ਅਮਲਾਂ ਤੇ ਹੋਣੇ ਨੇ ਨਬੇੜੇ, ਜਾਤ ਕਿਸੇ ਪੁੱਛਣੀ ਨਹੀਂ ਓ। ਤੇਰੇ ਅਮਲਾਂ ਤੇ ਹੋਣੇ ਨੇ ਨਬੇੜੇ, ਜਾਤ ਕਿਸੇ ਪੁੱਛਣੀ ਨਹੀਂ ਓ। ਤੇਰੇ ਅਮਲਾਂ ਤੇ ਹੋਣੇ ਨੇ ਨਬੇੜੇ, ਉਹ ਜਾਤ ਕਿਸੇ ਪੁੱਛਣੀ ਨਹੀਂ ਓ। ਤੇਰੇ ਅਮਲਾਂ ਤੇ ਹੋਣੇ ਨੇ ਨਬੇੜੇ, ਉਹ ਜਾਤ ਕਿਸੇ ਪੁੱਛਣੀ ਨਹੀਂ ਓ। ਤੇਰੇ ਅਮਲਾਂ ਤੇ ਹੋਣੇ ਨੇ ਨਬੇੜੇ, ਕੇ ਜਾਤ ਕਿਸੇ ਪੁੱਛਣੀ ਨਹੀਂ ਓ। ਤੇਰੇ ਅਮਲਾਂ ਤੇ ਹੋਣੇ ਨੇ ਨਬੇੜੇ, ਕੇ ਜਾਤ ਕਿਸੇ ਪੁੱਛਣੀ ਨਹੀਂ ਓ। ਇਹ ਜਾਤ ਕਿਸੇ ਪੁੱਛਣੀ ਨਹੀਂ ਓ, ਜਾਤ ਕਿਸੇ ਪੁੱਛਣੀ ਨਹੀਂ ਓ। ਜਾਤ ਕਿਸੇ ਪੁੱਛਣੀ ਨਹੀਂ ਓ, ਜਾਤ ਕਿਸੇ ਪੁੱਛਣੀ ਨਹੀਂ ਓ। ਤੇਰੇ ਅਮਲਾਂ ਤੇ ਹੋਣੇ ਨੇ ਨਬੇੜੇ, ਉਹ ਜਾਤ ਕਿਸੇ ਪੁੱਛਣੀ ਨਹੀਂ ਓ। ਤੇਰੇ ਅਮਲਾਂ ਤੇ ਹੋਣੇ ਨੇ ਨਬੇੜੇ, ਉਹ ਜਾਤ ਕਿਸੇ ਪੁੱਛਣੀ ਨਹੀਂ ਓ। ਤੇਰੇ ਅਮਲਾਂ ਤੇ ਹੋਣੇ ਨੇ ਨਬੇੜੇ, ਕੇ ਜਾਤ ਕਿਸੇ ਪੁੱਛਣੀ ਨਹੀਂ ਓ। ਤੇਰੇ ਅਮਲਾਂ ਤੇ ਹੋਣੇ ਨੇ ਨਬੇੜੇ, ਕੇ ਜਾਤ ਕਿਸੇ ਪੁੱਛਣੀ ਨਹੀਂ ਓ। ਜਾਤੀ ਰਾਮ ਨਾ ਰੀਝਿਆ, ਭਗਤ ਕਰੇ ਸੋਈ ਸੀਜਿਆ। ਜਾਤ ਪਾਤ ਨਾ ਪੁੱਛੇ ਕੋਈ, ਹਰ ਕੋ ਭਜੇ ਸੋ ਹਰ ਕਾ ਹੋਏ। ਆ ਗਿਆ ਬਿਮਾਰ ਸੀ, ਕੁਝ ਦੁੱਧ ਨਾਲ ਦਵਾਈ ਖਾਣੀ ਪੈਂਦੀ ਸੀ। ਪਹਿਲੀ ਵਾਰੀ ਆਇਆ ਆਸ਼ਰਮ ਦੇ ਉੱਤੇ, ਲੱਕੀ ਮਰਵਤ ਆਸ਼ਰਮ ਜਿਹੜਾ ਸੀ ਬਣਦਾ ਪਿਆ ਸੀ। ਪਹਿਲੀ ਵਾਰੀ ਆਇਆ, ਆ ਕੇ ਤੇ ਕੀ ਕੀਤਾ ਕਿ ਵਿਚਾਰ ਕੀਤੀ, ਰਾਤ ਨੂੰ ਫੁਲਕਾ ਛਕਿਆ ਤੇ ਵਿੱਚ ਦੁੱਧ ਦਾ ਖਿਆਲ ਆਇਆ ਦਵਾਈ ਦਾ। ਕਹਿੰਦੇ ਮੈਂ ਗੁਰੂ ਦਰਬਾਰ 'ਚ ਦੁੱਧ ਲਵਾਂ। ਕਹਿੰਦੇ ਚਲੋ ਇੱਦਾਂ ਕਰਨੇ ਆ, ਗੁਰੂ ਦਰਬਾਰ 'ਚ ਦੁੱਧ ਕੀ ਲੈਣਾ ਹੈ, ਇੱਥੇ ਕਿਹੜਾ ਕਰੀ ਲੋਏਰਾ ਰੱਖਿਆ ਕਿਤੇ। ਬਾਕੀ ਇਹ ਹੈ ਕਿ 4 ਦਿਨ ਦਵਾਈ ਜਿਹੜੀ ਇਹ ਛੱਡ ਦਿੰਦੇ ਆ। ਗੁਰੂ ਮਹਾਰਾਜ ਦਾ ਸਤਸੰਗ ਹੀ ਦਵਾਈ ਹੈ, ਗੁਰੂ ਮਹਾਰਾਜ ਦਾ ਦੁੱਧ ਨਹੀਂ ਪੀਣਾ। ਇਸ ਇਹ ਕਹਿੰਦਾ ਮੈਂ ਆਪਣਾ ਖਾਣਾ ਹੈ। ਸੇਵਾ ਕਰਨ ਆਈਦਾ ਸੀ ਦਸੂਏ ਆਸ਼ਰਮ ਦੇ ਉੱਤੇ, ਤੇ ਮੈਂ ਚੱਲਿਆ ਤੇ ਮੈਨੂੰ ਕਹਿੰਦੇ ਨੇ ਕਿ ਬਹਿ ਜਾ ਇੱਥੇ। ਮੈਂ ਬੈਠ ਗਿਆ। ਕਹਿੰਦੇ ਰੋਟੀ ਖਾ ਕੇ ਜਾਣਾ। ਮੈਂ ਕਿਹਾ ਜੀ ਮੈਂ ਰੋਟੀ ਘਰ ਜਾ ਕੇ ਬਣਾ ਕੇ ਫਿਰ ਖਾਣੀ ਹੈ। ਕਹਿੰਦੇ ਫਿਰ ਉਹ ਤੇਰੀ ਰੋਟੀ ਹੋਈ ਹੈ, ਇੱਥੇ ਰੋਟੀ ਕਿਹਦੀ ਹੈਗੀ ਹੈ? ਸਾਡੀ ਹੈ। ਸਾਡੀ ਰੋਟੀ ਤੂੰ ਨਹੀਂ ਖਾਣੀ, ਤੇ ਘਰ ਜਿਹੜੀ ਰੋਟੀ ਹੈ ਕਿਹਦੀ ਹੈ? ਮੈਂ ਕਿਹਾ ਜੀ ਤੁਹਾਡੀ ਹੈ। ਤੇ ਕਹਿੰਦੇ ਇੱਥੇ ਕਿਹਦੀ ਹੈ ਫਿਰ? ਕਹਿੰਦੇ ਵੀ ਇਹ ਮਾਰੀ ਤੁਹਾਡੀ ਹੈ। ਕਹਿੰਦੇ ਫਿਰ ਇੱਥੇ ਵੀ ਰੋਟੀ ਸਾਡੀ ਹੈ ਤੇ ਉੱਥੇ ਵੀ ਸਾਡੀ ਹੈ, ਤੇ ਤੈਨੂੰ ਇੱਥੇ ਕਿਹਾ ਬਹਿ ਕੇ ਖਾ, ਸਾਡਾ ਆਖਿਆ ਬੁਰਾ ਲੱਗਾ ਕੋਈ?
ਕੰਨ ਫੜ ਕੇ ਤੇ ਮੱਥਾ ਟੇਕ ਦਿੱਤਾ। ਮਹਾਰਾਜ ਜੀ ਗਲਤੀ ਹੋ ਗਈ ਹੈ, ਲਾਲਚ ਕਰਕੇ ਖਾਵਾਂਗੇ ਤੇ ਕੀ ਹੈ, ਅਸੀਂ ਬੁਰੇ ਫਸਾਂ 'ਚ ਫਸ ਜਾਵਾਂਗੇ। ਜੇ ਲਾਲਚ ਕਰਕੇ ਖਾਵਾਂਗੇ, ਕਦੋਂ ਬੰਦਾ ਮਰਦਾ ਹੈ? ਲਾਲਚ 'ਚ ਮਰਦਾ ਹੈ। ਜਦੋਂ ਬੰਦਾ ਲਾਲਚ ਵਿੱਚ ਨਹੀਂ ਮਰਦਾ, ਲਾਲਚ ਵਿੱਚ ਨਹੀਂ ਆਉਂਦਾ, ਜਦੋਂ ਉਹਨਾਂ ਨੇ ਕੀ ਕਰਦੇ ਨੇ, ਕਹਿੰਦੇ ਨੇ ਇੱਥੇ ਵੀ ਉਹੀ ਉੱਥੇ ਵੀ ਉਹੀ, ਜਦੋਂ ਸੁਰਤੀ ਇੱਥੇ ਤੱਕ ਪਹੁੰਚ ਜਾਂਦੀ ਹੈ, ਫਿਰ ਕੀ ਹੁੰਦਾ ਹੈ? ਫਿਰ ਮੈਂ ਮੇਰੀ ਮੁੱਕ ਜਾਂਦੀ ਹੈ। ਜਿੰਨਾ ਚਿਰ ਮੈਂ ਮੇਰੀ ਅੰਦਰ ਹੈ, ਉਹਨਾਂ ਚਿਰ ਇਹ ਜੀਵ ਦੁਖੀ ਹੈ। ਇਹ ਮੇਰਾ ਤੇ ਤੇਰਾ ਜਿਹੜਾ ਹੈ, ਬਾਣੀ ਵਿੱਚ ਗੁਰੂ ਸਾਹਿਬ ਕੀ ਕਹਿੰਦੇ ਨੇ? ਤੈਨੂੰ ਅਜੇ ਲਾਜ ਨਾ ਆਵੇ, ਮੇਰੀ ਮੇਰੀ ਆਖਦਿਆਂ, 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 ਇਹ ਮੇਰੀ ਮੇਰੀ ਆਖਦਿਆਂ, ਮੇਰੀ ਮੇਰੀ ਆਖਦਿਆਂ, ਮੇਰੀ ਮੇਰੀ ਆਖਦਿਆਂ, ਮੇਰੀ ਮੇਰੀ ਆਖਦਿਆਂ, ਜੀ ਮੇਰੀ ਮੇਰੀ ਆਖਦਿਆਂ, ਇਹ ਮੇਰੀ ਮੇਰੀ ਆਖਦਿਆਂ, ਮੇਰੀ ਮੇਰੀ ਆਖਦਿਆਂ, ਮੇਰੀ ਮੇਰੀ ਆਖਦਿਆਂ, ਤੈਨੂੰ ਅਜੇ ਲਾਜ ਨਾ ਆਵੇ, 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 ਮੇਰੀ ਮੇਰੀ ਆਖਦਿਆਂ, ਇਹ ਬੰਧਨ ਦਾ ਕਾਰਨ ਹੈ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਸੋਧਤ ਸੋਧਤ ਸੋਧ ਤਤ ਵਿਚਾਰਿਆ, ਵਿਚਾਰ ਕਰ ਕਰਕੇ ਸੋਧਨਾ ਕੀਤੀ ਗਈ। ਇੱਕ ਵਾਰੀ ਕੀਤੀ, ਕਿੰਨੀ ਵਾਰੀ ਕੀਤੀ? 100 ਵਾਰੀ ਮੱਖਣ ਨੂੰ ਧੋ ਦਈਏ ਤੇ ਇਹ ਕੀ ਬਣਦਾ ਹੈ? ਉਹਦਾ ਰੂਪ ਫਿਰ ਮੱਖਣ ਨਹੀਂ ਰਹਿੰਦਾ, ਉਹ ਪੋਇਜ਼ਨ ਬਣ ਜਾਂਦਾ ਹੈ, ਜ਼ਹਿਰ ਬਣ ਜਾਂਦਾ ਹੈ। ਧੋਈ ਜਾਓ, 100 ਵਾਰੀ ਧੋ ਦਿਓ, 100 ਵਾਰੀ ਕੀ 70 ਵਾਰੀ ਧੋ ਦਿਓ, ਉਹ ਪੋਇਜ਼ਨ ਬਣ ਜਾਏਗਾ। ਸ਼ੁੱਧ ਹੋ ਗਿਆ, ਬਹੁਤਾ ਸ਼ੁੱਧ ਹੋ ਗਿਆ। ਉਹ ਜੇ ਖਾਵਾਂਗੇ ਉਹ ਜਾਨ ਕੱਢ ਦੇਗਾ, ਪੋਇਜ਼ਨ ਸਾਡੇ ਸਰੀਰ ਕਿੱਧਰ ਜਾਵੇਗਾ। ਇੱਥੇ ਮਾਰੇ ਕੀ ਕਹਿ ਰਹੇ ਨੇ? ਕਿਹਨੂੰ ਕਿਹਦੀ ਸੋਧਨਾ ਕੀਤੀ? ਬਾਣੀਆਂ ਦੀ ਸੋਧਨਾ ਕੀਤੀ, ਬਾਣੀ ਦੀ ਸੋਧਨਾ ਕੀਤੀ, ਰਮਾਇਣ ਦੀ ਸੋਧਨਾ ਕੀਤੀ, ਗੀਤਾ ਦੀ ਸੋਧਨਾ ਕੀਤੀ, ਵੇਦਾਂ ਦੀ ਸੋਧਨਾ ਕੀਤੀ, ਮਹਾਂਪੁਰਖਾਂ ਦੇ ਵਿਚਾਰਾਂ ਦੀ ਸੋਧਨਾ ਕੀਤੀ। ਸੋਧਨਾ ਸੋਧਤ ਸੋਧਤ ਸੋਧ, ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਸੋਧਤ ਸੋਧਤ ਸੋਧ ਤਤ ਵਿਚਾਰਿਆ। ਤਤ ਕੀ ਕੱਢਿਆ? ਕੀ ਵਿਚਾਰ ਆਇਆ? ਨਾਮ ਬਿਨਾ ਸੁਖ ਨਹੀਂ, ਸਰ ਪਰ ਹਾਰਿਆ। ਸਰ ਕਹਿੰਦੇ ਸਿਰ ਨੂੰ, ਪਰ ਕਹਿੰਦੇ ਪੈਰ। ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਨਾਲ ਜਾਂਦੀ ਚੀਜ਼ ਫੱਟੇ 'ਤੇ ਪਿਆ ਹੁੰਦਾ ਹੈ, ਦੋਵੇਂ ਹੱਥ ਖਿਲਰੇ ਹੁੰਦੇ ਨੇ। ਆਇਆ ਸੀ ਮੁੱਠੀਆਂ ਬੰਦ ਕਰਕੇ, ਚੱਲਿਆ ਹੱਥ ਫਸਾਰ ਕੇ। ਗਵਾ ਗਿਆ ਕੀ? ਤੁਸੀਂ ਆਖੋ ਕਿ ਮੁੱਠੀਆਂ ਖੋਲੀਆਂ, ਬੱਚਾ ਜਨਮ ਲਿਆ, ਕੁਛ ਵੀ ਨਹੀਂ ਵਿੱਚ, ਕੋਈ ਹੈ ਸੀ ਵਿੱਚ। ਉਹਦੇ ਵਿੱਚ ਕਰਮ ਲੈ ਕੇ ਆਇਆ ਸੀ, ਭੋਗ ਭੋਗਣ ਵਾਸਤੇ ਉਹ ਕਰਮ ਲੈ ਕੇ ਆਇਆ ਸੀ। ਜਦੋਂ ਸੰਸਾਰ 'ਚ ਆਇਆ, ਮੁੱਠੀਆਂ ਜਿਹੜੀਆਂ ਜਦੋਂ ਉਹ ਕਰਮ ਭੋਗੇ ਗਏ, ਅੰਤ ਸਮੇਂ ਜਦੋਂ ਕਰਮ ਖਤਮ ਹੋ ਗਏ ਤੇ ਮੁੜ ਕੇ ਇਹ ਮਰ ਗਿਆ ਤੇ ਹੱਥ ਖਾਲੀ ਹੋ ਗਏ।
ਇੱਕ ਜਗ੍ਹਾ ਲਿਖਿਆ ਨਾ ਕੁਛ ਆਇਬੋ ਨਾ ਕੁਛ ਜਾਇਬੋ। ਕਹਿੰਦੇ ਨਾ ਤੂੰ ਕੁਛ ਲੈ ਕੇ ਆਇਆ ਸੀ, ਨਾ ਕੋਈ ਗੱਲ ਕੀ ਤੂੰ ਲੈ ਕੇ ਜਾਵੇਂਗਾ। ਉਹ ਤੇ ਸੰਸਾਰੀ ਚੀਜ਼ ਹੈ, ਪਰ ਆਇਆ ਤੇ ਹੀ ਕਰਮ ਲੈ ਕੇ ਆਇਆ ਸੀ। ਅਸੀਂ 70 ਸਾਲ 80 ਸਾਲ ਦੀ ਉਮਰ ਲੈ ਕੇ ਆਇਆ ਸੀ, ਪਰ ਜਾਣ ਲੱਗਿਆ ਕੀ ਹੈ, ਗਵਾ ਗਿਆ, ਸਾਰੀ ਰੋੜ ਕੇ ਤੁਰ ਗਿਆ। ਕੀ ਖੱਟਿਆ? ਨਾ ਕੋਈ ਧੀ ਨਾਲ ਗਈ, ਨਾ ਕੋਈ ਪੁੱਤਰ ਨਾਲ ਗਿਆ, ਨਾ ਕੋਈ ਇਸਤਰੀ ਨਾਲ ਗਈ, ਨਾ ਕੋਈ ਝੂਠ ਬੋਲ ਬੋਲ ਕੇ ਪਾਪ ਕਰ ਕਰਕੇ ਅਸੀਂ ਧਨ ਕਮਾਇਆ ਉਹ ਨਾਲ ਗਿਆ, ਨਾ ਮਕਾਨ ਨਾਲ ਗਿਆ, ਨਾ ਕੋਈ ਪਲਾਟ ਨਾਲ ਗਿਆ, ਤੇ ਨਾ ਹੀ ਕੋਈ ਰਿਸ਼ਤੇਦਾਰ ਨਾਲ ਗਿਆ। ਸਹਿਵੇ ਜੀਆ ਆਪਣਾ ਕੀਆ। ਕਦੋਂ ਹੋਸ਼ ਆਵੇਗੀ? ਜਦੋਂ ਇਹਨਾਂ ਨਾਲੋਂ ਵਿਛੋੜਾ ਹੋਵੇਗਾ ਨਾ, ਤੇ ਫਿਰ ਹੋਸ਼ ਆਉਣੀ ਹੈ। ਤੇ ਫਿਰ ਕੀ ਆਖਣਾ? ਰੋਵੇਂਗੀ ਜਿੰਦੇ ਦੀ ਜਦੋਂ ਪੈਣਗੇ ਵਿਛੋੜੇ, ਰੋਵੇਂਗੀ ਜਿੰਦੇ ਦੀ ਜਦੋਂ ਪੈਣਗੇ ਵਿਛੋੜੇ, ਰੋਵੇਂਗੀ ਜਿੰਦੇ ਨੀ 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 ਜਦੋਂ ਪੈਣਗੇ ਵਿਛੋੜੇ, ਪੈਣਗੇ ਵਿਛੋੜੇ 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 ਜਦੋਂ ਪੈਣਗੇ ਵਿਛੋੜੇ, ਰੋਵੇਂਗੀ ਜਿੰਦੇ ਨੀ 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 ਜਦੋਂ ਪੈਣਗੇ ਵਿਛੋੜੇ। ਇਹ ਕਹਿੰਦਾ ਮੈਂ ਗੁਰੂ ਦਾ ਨਹੀਂ ਖਾਣਾ। ਹੇਮਰਾਜ ਜੀ ਡੇਰਾ ਇਸਮਾਈਲ ਖਾਂ ਵਾਲੇ ਆਏ, ਦੀਦਾਰ ਕਰਨ, ਸੇਵਾ ਕਰਨ ਆਏ ਨੇ। 4 ਦਿਨ ਦੀ ਛੁੱਟੀ ਲੈ ਕੇ ਆਏ ਨੇ। 4 ਦਿਨ ਦੁੱਧ ਨਹੀਂ ਪੀਣਾ ਗੁਰੂ ਘਰ ਦਾ, ਦਵਾਈ ਨਾ ਖਾਵਾਂਗੇ, ਘਰ ਜਾ ਕੇ ਦਵਾਈ ਖਾ ਲਾਂਗੇ। ਰਾਤ ਸੁੱਤੇ ਹੈ, ਦਿਨ ਚੜ੍ਹਿਆ ਹੈ, ਇਸ਼ਨਾਨ ਪਾਣੀ ਕਰਕੇ ਮਹਾਰਾਜ ਦੇ ਦੀਦਾਰ ਖੁੱਲੇ ਨੇ, ਦਰਸ਼ਨ ਖੁੱਲੇ ਜਿਸ ਵੇਲੇ, ਤੇ ਮਹਾਰਾਜ ਦਰਸ਼ਨ ਕਰਨ ਵਾਸਤੇ ਗੱਲ ਕੀ ਹੇਮਰਾਜ ਜੀ ਆਏ ਨੇ, ਤੇ ਆ ਕੇ ਡੰਡੌਤ ਕੀਤੀ। ਨੰਗਲੀ ਵਾਲੇ ਮਹਾਰਾਜ ਦਾ ਰਾਜ ਸੀ ਉਸ ਵੇਲੇ। ਉੱਥੇ ਮਹਾਰਾਜ ਨੇ ਇਹ ਗੱਲ ਕੀ ਕੀਤਾ, ਡੰਡੌਤ ਕੀਤੀ ਹੈ, ਉਹਨਾਂ ਉਠਾਇਆ ਹੈ, ਉਹਨਾਂ ਕਿਹਾ ਆਓ ਭਗਤ ਜੀ, ਸਾਰਾ ਕੱਲ੍ਹ ਦੇ ਆਏ ਹੋ ਆਸ਼ਰਮ ਵੇਖ ਲਿਆ ਸਾਰਾ ਹੀ? ਕਹਿੰਦੇ ਹਾਂਜੀ ਵੇਖ ਲਿਆ। ਕਹਿੰਦੇ ਕਮੀ ਤੇ ਕਿਸੇ ਗੱਲ ਦੀ ਨਹੀਂ, ਕੋਈ ਕਿਤੇ ਕਮੀ ਦੀ ਨਹੀਂ ਰਹਿ ਗਈ ਕੋਈ? ਕਹਿੰਦੇ ਮਹਾਰਾਜ ਜੀ ਕੋਈ ਕਮੀ ਨਹੀਂ, ਤੁਹਾਡੇ ਹੁੰਦਿਆਂ ਕਮੀ ਕਾਹਦੀ ਹੈ? ਕਹਿੰਦੇ ਕਿ ਲੰਗਰ 'ਚ ਕੋਈ ਕਮੀ ਹੋਵੇ? ਕਹਿੰਦੇ ਮਹਾਰਾਜ ਜੀ ਲੰਗਰ 'ਚ ਵੀ ਕੋਈ ਕਮੀ ਨਹੀਂ। ਕਿਸੇ ਸੇਵਾਦਾਰ 'ਚ ਕਮੀ ਹੋਵੇ ਕੋਈ? ਕਹਿੰਦੇ ਮਹਾਰਾਜ ਸੇਵਾਦਾਰ ਵੀ ਬੜੀ ਸ਼ਰਧਾ ਨਾਲ ਸੇਵਾ ਕਰ ਰਹੇ ਨੇ, ਕੋਈ ਕਮੀ ਨਹੀਂ। ਕਹਿੰਦੇ ਫਿਰ ਦੁੱਧ ਦੀ ਕਮੀ ਜ਼ਰੂਰ ਹੋਏਗੀ। ਉਹ ਕਹਿੰਦੇ ਮਹਾਰਾਜ ਦੁੱਧ ਦੀ ਵੀ ਕਮੀ ਨਹੀਂ। ਤੇ ਮਹਾਰਾਜ ਨੇ ਕੀ ਕੀਤਾ, ਪਿਆਰ ਨਾਲ ਉਹਦੀ ਬਾਜੂ ਪਕੜ ਲਿਆ। ਵੇਖੋ ਗੁਰੂ ਅੰਦਰ ਕਿੰਨਾ ਪਿਆਰ ਹੈ ਸੇਵਕ ਵਾਸਤੇ। ਕਹਿੰਦੇ ਨੇ ਦੁੱਧ ਦੀ ਕਮੀ ਨਹੀਂ ਹੈ, ਤੇ ਕਹਿੰਦੇ ਇਹ ਗੱਲ ਦੱਸ, ਤੂੰ ਦੁੱਧ ਨਾਲ ਦਵਾਈ ਖਾਣੀ ਸੀ, ਰਾਤੀ ਦਵਾਈ ਕਿਉਂ ਨਹੀਂ ਖਾਧੀ ਤੂੰ? ਸਰੀਰ ਜਿਹੜਾ ਸੀ ਉਹ ਕੰਮਣ ਲੱਗ ਪਿਆ। ਜਿਹਦਾ ਗੁਰੂ ਮਹਾਰਾਜ ਦਾ ਨਹੀਂ, ਮਹਾਰਾਜ ਜੀ ਪੁੱਛਦੇ ਪਏ ਨੇ, ਜਿਹਦਾ ਹੱਥ ਫੜਿਆ ਹੇਮਰਾਜ ਜੀ ਦਾ, ਡੇਰਾ ਇਸਮਾਈਲ ਖਾਂ ਵਾਲੇ ਦਾ, ਜਿਹੜਾ ਦੀਦਾਰ ਕਰਨ ਆਇਆ, ਜਦੋਂ ਉਹਨੂੰ ਗੱਲ ਕੀ ਪਤਾ ਲੱਗਾ ਵੀ ਮੈਂ ਤੇ ਰਾਤੀ ਕਿਹਾ ਸੀ ਵੀ 4 ਦਿਨ ਮੈਂ ਦੁੱਧ ਨਹੀਂ ਪੀਂਦਾ, ਤੇ ਉੱਥੇ ਘਰ ਜਾ ਕੇ ਦੁੱਧ ਪੀਆਂਗਾ, ਤੇ ਉੱਥੇ ਦਵਾਈ ਖਾ ਲਾਂਗਾ। ਹੁਣ ਕੀ ਹੈ, ਸਰੀਰ ਇੱਦਾਂ ਦਾ ਇੱਦਾਂ ਹੋ ਗਿਆ, ਕੰਮਣ ਲੱਗ ਪਿਆ ਜਿਵੇਂ ਜਾਨ ਹੀ ਨਹੀਂ ਵਿੱਚ, ਕੰਮਣ ਲੱਗ ਪਿਆ। ਮਹਾਰਾਜ ਜੀ ਹੱਸੀ ਜਾਂਦੇ ਨੇ, ਕਹਿੰਦੇ ਹੇਮਰਾਜ ਕੀ ਹੋਇਆ ਤੈਨੂੰ, ਕਰੰਟ ਕਾਹਦਾ ਲੱਗਾ ਹੈ?
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਉਹਨੇ ਕੀਤਾ ਕਿ ਚਰਨਾਂ ਵਿੱਚ ਡੰਡੌਤ ਕੀਤੀ ਤੇ ਖੁਸ਼ੀ ਦੇ ਨੈਣਾਂ ਵਿੱਚੋਂ ਅੱਥਰੂ ਨਿਕਲ ਆਏ ਤੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਜਾਣੀ ਜਾਣ ਦਿਲਾਂ ਦੀਆਂ ਜਾਣਦਾ ਏ, ਜਾਣੀ ਜਾਣ ਦਿਲਾਂ ਦੀਆਂ ਜਾਣਦਾ ਏ, ਜਾਣ ਦਿਲਾਂ ਦੀਆਂ ਜਾਣਦਾ ਏ, ਜਾਣੀ 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 ਜਾਣ ਦਿਲਾਂ ਦੀਆਂ ਜਾਣਦਾ ਏ, ਚੰਗੇ ਮਾੜਿਆਂ ਦੀਆਂ ਰਮਜਾਂ ਪਛਾਣਦਾ 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 ਏ। ਪਿਆਰੀ ਸਾਧ ਸੰਗਤ, ਹੁਣ ਸੂਰਜ ਨੂੰ ਦੀਵਾ ਕੀ ਵਿਖਾ ਸਕਦਾ ਕੋਈ ਨਹੀਂ। ਗੁਰੂ ਮਾਰੇ ਚਰਨਾਂ 'ਚ ਖਲੋ ਕੇ ਅੱਥਰੂ ਵਹਾਈ ਜਾਂਦਾ, ਸੱਚੇ ਪਾਤਸ਼ਾਹ ਮੈਂ ਭੁੱਲ ਗਿਆ। ਜਦੋਂ ਤੁਸੀਂ ਸਭ ਕੁਝ ਜਾਣਦੇ ਹੋ ਤੇ ਮਾਰੇ ਵਿੱਚ ਚੋਰੀ ਕਿਹੜੀ ਗੱਲ ਦੀ? ਕਹਿੰਦੇ ਉਹ ਚੋਰ ਕਿੱਥੇ ਹੈ? ਕਹਿੰਦੇ ਜੀ ਤੁਹਾਡੇ ਸਾਹਮਣੇ ਨਹੀਂ ਆਉਂਦਾ, ਉਹ ਚੋਰ ਤੁਹਾਡੇ ਸਾਹਮਣੇ ਨਹੀਂ ਆਉਂਦਾ, ਉਹ ਲੁਕ ਜਾਂਦਾ ਏ। ਕਹਿੰਦੇ ਲੁਕਦਾ ਕਿਹਦੇ ਸਾਹਮਣੇ ਚੋਰ? ਕਹਿੰਦੇ ਜੀ ਪੁਲਿਸ ਦੇ ਸਾਹਮਣੇ ਚੋਰ ਲੁਕ ਜਾਂਦਾ ਹੈ। ਕਹਿੰਦੇ ਨੇ ਉਹ ਚੋਰ ਜਿਹੜਾ ਹੈ ਪੁਲਿਸ ਨੇ ਤੇ ਲੱਭਣਾ ਹੈ ਤੇ ਘਰ ਨੂੰ ਫੋਲਦਾ ਹੈ। ਕਹਿੰਦੇ ਮਹਾਰਾਜ ਤੁਸੀਂ ਵੀ ਅੱਜ ਫੋਲ ਲਿਆ ਮੇਰਾ ਘਰ। ਕਹਿੰਦੇ ਉਹ ਚੋਰ ਕੌਣ ਹੋਇਆ ਫਿਰ? ਬੇਨਤੀ ਕਰਦਾ ਹੈ, ਅੱਖਾਂ 'ਚ ਪਾਣੀ ਲੈ ਕੇ ਹੱਥ ਜੋੜ ਕੇ ਕੰਬੀ ਜਾਂਦਾ, ਨਾਲੇ ਬੇਨਤੀਆਂ ਕਰਦਾ ਹੈ। ਸਵਾਮੀ ਸਰੂਪਾਨੰਦ ਮਹਾਰਾਜ ਨੰਗਲੀ ਵਾਲਿਆਂ ਦੇ ਅੱਗੇ ਬੇਨਤੀਆਂ ਕਰਦਾ ਹੈ, ਚੋਰ ਦਾਤਾ ਜੀ ਸਾਡੇ ਮਨ ਵਿੱਚ ਵਸਦਾ, ਚੋਰ ਦਾਤਿਆ ਸਾਡੇ ਮਨ ਵਿੱਚ ਵਸਦਾ, ਚੋਰ ਦਾਤਿਆ ਸਾਡੇ ਮਨ ਵਿੱਚ ਵਸਦਾ, ਚੋਰ ਦਾਤਿਆ ਸਾਡੇ ਮਨ ਵਿੱਚ ਵਸਦਾ, ਚੋਰ ਦਾਤਾ ਜੀ 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 ਸਾਡੇ ਮਨ ਵਿੱਚ ਵਸਦਾ, ਮਨ ਵਿੱਚ ਵਸਦਾ ਏ ਪੁੱਠੇ ਰਾਹ ਦੱਸਦਾ, 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 ਚੋਰ ਦਾਤਾ ਜੀ ਸਾਡੇ ਮਨ ਵਿੱਚ ਵਸਦਾ, ਚੋਰ ਦਾਤਾ ਜੀ ਸਾਡੇ ਮਨ ਵਿੱਚ ਵਸਦਾ, ਚੋਰ ਦਾਤਾ ਜੀ ਸਾਡੇ ਮਨ ਵਿੱਚ ਵਸਦਾ, ਚੋਰ ਦਾਤਾ ਜੀ ਸਾਡੇ ਮਨ ਵਿੱਚ ਵਸਦਾ। ਮਹਾਰਾਜ ਜੀ ਹੱਸ ਪਏ, ਕਹਿੰਦੇ ਅੱਛਾ ਤੈਨੂੰ ਇਹ ਤੇ ਪਤਾ ਲੱਗ ਗਿਆ ਨਾ ਵੀ ਚੋਰ ਮੇਰੇ ਅੰਦਰ ਹੈ, ਤੇਰੇ ਅੰਦਰ ਚੋਰ ਹੈ, ਤੈਨੂੰ ਪਤਾ ਲੱਗ ਗਿਆ ਤੇਰੇ ਅੰਦਰ ਚੋਰ ਹੈ, ਤੇ ਗਾਂ ਚੋਰੀ ਵੀ ਨਹੀਂ ਕਰੇਗਾ ਫਿਰ? ਕਹਿੰਦੇ ਮਹਾਰਾਜ ਜੀ ਨਹੀਂ, ਮੈਂ ਆਪਣਾ ਜਿੰਮਾ ਨਹੀਂ ਚੁੱਕ ਸਕਦਾ, ਮੇਰੇ ਮਾਲਕ ਤੁਸੀਂ ਹੋ, ਮੇਰੇ ਮਾਲਕ ਤੁਸੀਂ ਹੋ, ਹੁਣ ਮੈਂ ਤੁਹਾਡੇ ਬਿਨਾਂ ਕਿਸੇ ਕੋਲ ਜਾ ਨਹੀਂ ਸਕਦਾ, ਕਿਰਪਾ ਕਰੋ। ਨਾ ਤੇ ਮੈਂ ਦਵਾਈ ਖਾਣੀ ਹੈ, ਨਾ ਮੈਂ ਦਵਾਈ ਖਾਣੀ ਹੈ, ਨਾ ਹੁਣ ਮੈਂ ਘਰ ਜਾਣਾ ਹੈ, ਕਿਰਪਾ ਕਰੋ ਮੇਰੇ 'ਤੇ ਹੁਣ ਦਇਆ ਕਰੋ, ਮੈਨੂੰ ਹੁਣ ਇੱਦਾਂ ਕਰੋ, ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੋ। ਕਹਿੰਦੇ ਅੱਗੇ ਕਿਹਦੇ ਨਾਲ ਲੱਗਾ ਹੈ? ਕਿਹਦੇ ਵਾਸਤੇ ਆਇਆ ਤੂੰ? ਸਾਡੇ ਵਾਸਤੇ ਆਇਆ ਹੈ, ਸਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ, ਸਤਸੰਗ ਸੁਣਨ ਵਾਸਤੇ ਆਇਆ ਹੈ,
ਤੂੰ ਗਲਤੀ ਕੀਤੀ ਹੈ, ਇਹ ਸਰੀਰ ਕਿਹਦਾ ਹੈ? ਇਹ ਸਰੀਰ ਸਾਡਾ ਹੈ। ਹੇਮਰਾਜ ਨਾ ਤੇਰਾ ਹੈ, ਪਰ ਤੇਰਾ ਸਰੀਰ ਨਹੀਂ ਹੈ, ਸਰੀਰ ਸਾਡੇ ਵਾਲੇ ਕੀਤਾ ਤੂੰ। ਤਨ ਸੰਤਨ ਕਾ ਮਨ ਸੰਤਨ ਕਾ ਧਨ ਸੰਤਨ ਕਾ ਕੀਆ। ਕਹਿੰਦੇ ਜਦੋਂ ਗੱਲ ਕੀ ਧਨ ਵੀ ਤੇਰਾ ਨਹੀਂ, ਮਨ ਵੀ ਤੇਰਾ ਨਹੀਂ, ਤੇ ਤਨ ਵੀ ਤੇਰਾ ਨਹੀਂ, ਫਿਰ ਕੀ ਰਹਿ ਗਿਆ ਕੋਲ? ਕੁਛ ਵੀ ਨਹੀਂ ਰਹਿ ਗਿਆ। ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ ਹੈ, ਮੇਰੇ ਤੇ ਦਇਆ ਕਰੋ, ਮੈਂ ਨਹੀਂ ਜਾਣਦਾ, ਮੇਰੇ ਤੇ ਕਿਰਪਾ ਕਰੋ। ਕਹਿੰਦੇ ਤੂੰ ਸੋਚਿਆ ਕਿ ਮੈਂ ਗੁਰੂ ਦਾ ਦੁੱਧ ਪੀ ਕੇ ਤੇ ਘਟਾ ਦਿਆਂਗਾ। ਕਹਿੰਦੇ ਆਖੇ ਤੇ ਡੇਰਾ ਇਸਮਾਇਲ ਖਾਂ ਵਿੱਚ ਮੈਂ ਤੇਰੇ ਨਲਕੇ ਵਿੱਚੋਂ ਕੀ ਤੇਰੇ ਗੱਲ ਕੀ ਸਾਰੇ ਪਿੰਡ ਦੇ ਨਲਕਿਆਂ ਵਿੱਚੋਂ ਦੁੱਧ ਕੱਢ ਦਿਆਂ। ਇਹ ਮਾਰੇ ਨੇ ਵਚਨ ਕੀਤਾ, ਜਿਸ ਵੇਲੇ ਉਧਰੋਂ ਵਚਨ ਕਰਦੇ ਨੇ ਤੇ ਉਹ ਕੰਬ ਗਿਆ। ਪਰ ਉਹ ਤੇ ਦੂਰ ਬੈਠਾ ਹੈ ਲੱਕੀ ਮਰਵਤ। ਤੇ ਉਧਰ ਕੀ ਹੈ, ਘਰ ਦੀ ਜਿਹੜੀ ਹੈ ਉਸ ਟਾਈਮ ਦੇ ਉੱਤੇ ਜਦੋਂ ਘਰ ਪਹੁੰਚਿਆ ਵਾਪਸ, ਉਹ ਗੁਰੂ ਮਹਾਰਾਜ ਦਰਸ਼ਨ ਕਰਕੇ ਆਪਣੇ 4 ਦਿਨ ਦੀ ਸੇਵਾ ਕਰਕੇ ਘਰ ਪਹੁੰਚਿਆ ਤੇ ਮਨ ਬਣਾ ਕੇ ਆਇਆ। ਕਹਿੰਦੇ ਮਹਾਰਾਜ ਜੀ ਮੈਂ ਘਰੋਂ ਹੋ ਕੇ ਆਇਆ ਤੇ ਫਿਰ ਇੱਦਾਂ ਕਰੋ ਕਿ ਮੈਨੂੰ ਸਾਧੂ ਬਣਾ ਦਿਓ ਤੁਸੀਂ। ਮਾਰੀ ਹੱਸ ਪਏ। ਕਹਿੰਦੇ ਤੂੰ ਲੁੱਟਣ ਆਇਆ ਸੀ, ਆਪ ਹੀ ਲੁੱਟਿਆ ਗਿਆ। ਕਹਿੰਦੇ ਤੂੰ ਤੇ ਲੁੱਟਣ ਆਇਆ ਸੀ ਸਾਨੂੰ, ਪਰ ਆਪ ਹੀ ਲੁੱਟਿਆ ਗਿਆ ਤੂੰ। ਕਹਿੰਦੇ ਹਾਂ ਮਹਾਰਾਜ ਜੀ ਮੈਂ ਲੁੱਟਿਆ ਗਿਆ, ਪਰ ਜਿਨ੍ਹਾਂ ਲੁੱਟਿਆ ਹੈ ਉਹ ਡਾਕੂ ਨਹੀਂ ਹਨ, ਆਪ ਮਾਲਕ ਹੋ ਮੇਰੇ ਹਿਰਦੇ ਦੇ ਜਾਣੀ ਜਾਣੋ। ਕੀ ਕੀਤਾ? ਜਿਸ ਵੇਲੇ ਘਰ ਗਿਆ ਤੇ ਘਰ ਦੀ ਨੇ ਗੱਲ ਕੀਤੀ, ਜਿੱਦਣ ਤੁਸੀਂ ਗਏ ਸੀ ਉਦੋਂ ਅਗਲੇ ਦਿਨ ਸਾਡੇ ਗੱਲ ਕੀ ਨਲਕੇ ਵਿੱਚ ਦੁੱਧ ਆ ਗਿਆ। ਤੇ ਮੈਂ ਖਲੋ ਕੇ ਵੇਖਿਆ ਵੀ ਦੁੱਧ ਨਲਕੇ ਵਿੱਚੋਂ ਨਿਕਲਣ ਲੱਗ ਪਿਆ, ਹੈਂਡ ਪੰਪ 'ਚੋਂ ਦੁੱਧ ਨਿਕਲ ਰਿਹਾ। ਕਹਿੰਦੇ ਇੰਨੇ ਚਿਰ ਨੂੰ ਨਾਲ ਦੀ ਆ ਗਈ ਗਵਾਂਢਣ, ਉਹ ਦੂਜੀ ਵੀ ਆ ਗਈ, ਤੀਜੀ ਵੀ ਆ ਗਈ, ਇਕੱਠੇ ਹੋ ਗਿਆ, ਸਾਰਾ ਪਿੰਡ ਇਕੱਠਾ ਹੋ ਗਿਆ ਕਿ ਨਲਕਿਆਂ ਵਿੱਚ ਦੁੱਧ ਨਿਕਲਣ ਡਿਆ। ਕਹਿੰਦੇ ਨੇ ਸਾਰਾ ਦਿਨ ਦੁੱਧ ਨਿਕਲਦਾ ਰਿਹਾ, ਪਾਣੀ ਦੀ ਘਾਟ ਰਹੀ। ਉਹਨੇ ਕਿਹਾ ਜੇ ਗੱਲ ਸੁਣੀ ਤੇ ਅੱਖਾਂ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ, ਗੱਲ ਨਾ ਆਵੇ। ਉਹ ਕਹਿੰਦੀ ਗੱਲ ਕੀ ਹੈ? ਕਹਿੰਦਾ ਕਿਸ ਵੇਲੇ ਦੀ ਗੱਲ ਹੈ? ਕਹਿੰਦੇ ਇਸ ਵੇਲੇ ਦੀ ਗੱਲ ਹੈ। ਕਹਿੰਦੇ ਉਸ ਵੇਲੇ ਤੇ ਗੁਰੂ ਮਹਾਰਾਜ ਨੂੰ ਪਕੜਿਆ ਹੋਇਆ ਸੀ, ਉਹਨਾਂ ਕਿਹਾ ਸੀ ਆਖੇ ਤੇ ਤੇਰੇ ਗੱਲ ਕੀ ਡੇਰਾ ਇਸਮਾਇਲ ਖਾਂ ਵਿੱਚ ਘਰ ਘਰ ਨਲਕੇ 'ਚ ਦੁੱਧ ਕੱਢ ਦਈਏ। ਇਹ ਦੁੱਧ ਸਤਿਗੁਰ ਨੇ ਕੱਢਿਆ। ਉਹਨਾਂ ਅੰਦਰ ਤਾਕਤ ਹੈ, ਸ਼ਕਤੀ ਉਹਨਾਂ ਦੇ ਅੰਦਰ ਹੈ, ਇਹ ਕੋਈ ਚਮਤਕਾਰ ਨਹੀਂ ਹੈ। ਉਹਨਾਂ ਨੇ ਮੇਰੇ ਮਨ ਦਾ ਭਰਮ ਦੂਰ ਕਰਨ ਵਾਸਤੇ ਕਹਿੰਦੇ ਮੈਂ ਹੁਣ ਸੰਨਿਆਸ ਲੱਗਾ ਲੈਣ, ਮੈਂ ਰੋਕ ਨਹੀਂ ਸਕਦਾ ਇੱਥੇ, ਮੈਂ ਹੁਣ ਤੁਹਾਡੇ ਕੰਮਾਂ 'ਚ ਰੋਕ ਨਹੀਂ ਸਕਦਾ, ਹੁਣ ਤੁਸੀਂ ਆਪਣਾ ਘਰ ਦਾ ਕੰਮ ਸੰਭਾਲੋ, ਮੈਂ ਹੁਣ ਸੰਤ ਬਣ ਕੇ ਉਹਨਾਂ ਦੇ ਦਰ ਦੀ ਸੇਵਾ ਕਰਨੀ ਹੈ। ਉਹਨਾਂ ਨੂੰ ਨਾਂ ਫਿਰ ਕੀ ਰੱਖਿਆ? ਅਖੰਡ ਪ੍ਰੇਮਾਨੰਦ ਮਹਾਰਾਜ ਨੇ। ਮੇਰਾ ਕਹਿਣ ਤੋਂ ਭਾਵ ਹੈ ਸਮਾਂ ਜਿਹੜਾ ਹੈ ਮਹਾਰਾਜ ਲੀਲਾ ਤੇ ਬੇਅੰਤ ਹੈ, ਇਹਨੂੰ ਹੋਰ ਅੱਗੇ ਲੈ ਕੇ ਚੱਲੀਏ, ਭਾਵੇਂ ਅੱਧਾ ਘੰਟਾ ਲੈ ਜਾਓ, ਘੰਟਾ ਲੈ ਜਾਓ ਇਹਨੂੰ। ਪਿਆਰੀ ਸਾਧ ਸੰਗਤ ਕੀ ਕਰੀਏ, ਗੁਰੂ ਦੀ ਮਹਿਮਾ ਜਿਹੜੀ ਹੈ ਉਹ ਅਪਰੰਪਾਰ ਹੈ, ਉਹ ਗਾਈ ਨਹੀਂ ਜਾ ਸਕਦੀ, ਉਹ ਬੇਅੰਤ ਹੈ, ਉਹਦਾ ਅੰਤ ਨਹੀਂ। ਸੁਣਨ ਵਾਲਿਆਂ ਦਾ ਅੰਤ ਵੀ ਨਹੀਂ, ਕਹਿਣ ਵਾਲਿਆਂ ਦਾ ਅੰਤ ਵੀ ਨਹੀਂ, ਮੰਨਣ ਵਾਲਿਆਂ ਦਾ ਵੀ ਅੰਤ ਨਹੀਂ, ਤੇ ਜਿਹੜੇ ਨਹੀਂ ਮੰਨਦੇ ਉਹਨਾਂ ਦੇ ਵੀ ਅੰਤ ਨਹੀਂ, ਸਾਰੀਆਂ ਗੱਲਾਂ ਨਾਲ ਨੇ। ਇਸ ਕਰਕੇ ਮੈਂ ਬੇਨਤੀ ਕਰਾਂਗਾ ਭਈ ਸਿਮਰਨ ਕਰੋ, ਨਾਮ ਜਪੋ, ਪਰ ਹਿਰਦੇ 'ਚ ਕਪਟ ਕੱਢ ਕੇ। ਜੇ ਹਿਰਦੇ ਵਿੱਚ ਕਪਟ ਹੈ, ਜਿੰਨਾ ਮਰਜ਼ੀ ਸਿਮਰਨ ਕਰੋ ਤੁਹਾਡਾ ਕਿਸੇ ਲੇਖੇ 'ਚ ਨਹੀਂ ਆਉਣਾ। ਫਿਰ ਗੁਰੂ ਨਾਲ ਕਪਟ, ਗੁਰੂ ਸੇ ਕਪਟ ਮਿੱਤਰ ਸੇ ਚੋਰੀ, ਜਾਓ ਅੰਧਾ ਜਾਓ ਕੋੜੀ। ਜਾਂ ਤੇ ਅੰਨਾ ਹੋਏਗਾ ਸੰਸਾਰ 'ਚ ਤੇ ਜਾਂ ਕੋੜਾ ਹੋਏਗਾ ਫਿਰ, ਜਿਹੜਾ ਗੁਰੂ ਨਾਲ ਧੋਖਾ ਕਰਦਾ ਹੈ। ਇਸ ਕਰਕੇ ਪਿਆਰੀ ਸਾਧ ਸੰਗਤ ਮੈਂ ਬੇਨਤੀ ਕਰਾਂਗਾ, ਕਿਉਂਕਿ ਸੰਤ ਚਾਪਲੂਸੀ ਵਿੱਚ ਨਹੀਂ ਆਉਂਦੇ, ਸੰਤ ਸਾਫ਼ ਰਸਤਾ ਦੱਸਦੇ ਨੇ। ਜੇ ਸਾਫ਼ ਰਸਤੇ ਨੂੰ ਨਹੀਂ ਪਕੜਨਾ ਤੇ ਫਿਰ ਉਹਦੇ ਨਾਲ ਗ੍ਰਸਤੀ ਚੰਗੀ ਹੈਗੀ ਹੈ। ਕਿਉਂ ਗ੍ਰਸਤੀ 'ਚ ਬੰਦਾ ਝੂਠ ਮਾਰੀ ਜਾਏ, ਪਾਪ ਕਰੀ ਜਾਏ, ਦੇਖਾ ਤੇ ਉੱਥੇ ਵੀ ਦੇਣਾ ਪੈਣਾ ਨੂੰ। ਪਰ ਜਿਹੜੀ ਫਕੀਰੀ ਮੰਜ਼ਿਲ ਹੈ ਇਹ ਬੜੀ ਔਖੀ ਹੈ, ਪਰ ਮਿਲਦੀ ਕਿੱਦਾਂ ਹੈ? ਪਹਿਲਾਂ ਆਪਣਾ ਆਪ ਗਵਾਉਣਾ, ਫਿਰ ਆਪ ਗਵਾ ਕੇ ਉਸ ਨੂੰ ਪਾਉਣਾ। ਔਖੀ ਮੰਜ਼ਿਲ ਫਕੀਰਾਂ ਵਾਲੀ, ਮਿਲਦੀ ਹੈ ਮਰ ਮਾਰੀ ਕੇ,
ਔਖੀ ਮੰਜ਼ਲ ਫਕੀਰਾਂ ਵਾਲੀ ਮਿਲਦੀ ਐ ਮਰ ਮਾਰੀ ਕੇ ਔਖੀ ਮੰਜ਼ਲ ਫਕੀਰਾਂ ਵਾਲੀ ਮਿਲਦੀ ਏ ਮਾਰ ਮਾਰ ਕੇ ਔਖੀ ਮੰਜ਼ਲ ਫਕੀਰਾਂ ਵਾਲੀ ਮਿਲਦੀ ਏ ਮਾਰ ਮਾਰ ਕੇ ਔਖੀ ਮੰਜ਼ਲ ਫਕੀਰਾਂ ਵਾਲੀ ਮਿਲਦੀ ਏ ਮਦ ਮਾਰੀ ਕੇ ਔਖੀ ਮੰਜ਼ਲ ਫਕੀਰਾਂ ਵਾਲੀ ਮਿਲਦੀ ਏ ਮਰ ਮਾਰੀ ਕੇ ਔਖੀ ਮੰਜ਼ਲ ਫਕੀਰਾਂ ਵਾਲੀ ਮਿਲਦੀ ਏ ਮਾਰ ਮਾਰ ਕੇ ਔਖੀ ਮੰਜ਼ਲ ਫਕੀਰਾਂ ਵਾਲੀ ਮਿਲਦੀ ਏ ਮਾਰ ਮਾਰ ਕੇ प्यारे जी ये मिलदी है मारी मारी के प्यारे जी ये मिलदी है मारी मारी के प्यारे जी ये मिलदी है मार मार के प्यारे जी ये मिलदी है मार मार के प्यारे जी ये मिलदी है मारी मारी के प्यारे जी ये मिलदी है मारी मारी के प्यारे जी ये मिलदी है मार मार के प्यारे जी ये मिलदी है मार मार के औखी मंजिल फकीरां वाली मिलदी है मारी मारी के औखी मंजिल फकीरां वाली मिलदी है मारी मारी के औखी मंजिल फकीरां वाली मिलदी है मार मार के औखी मंजिल फकीरां वाली मिलदी है मार मार के गुरु मारी कृपा करन आप सब नूं सद बुद्धि बख्शण दया करन मेहर करन भगती बख्शण ਤੇ ਨਾਮ ਨਾਲ ਪਿਆਰ ਬਖਸ਼ਣ ਮੈਂ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਤੁਹਾਡਾ ਸੁਣਿਆ ਹੋਇਆ ਜਸ ਗੁਰੂ ਜਸ ਮਹਾਰਾਜ ਜੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਹਰ ਇੱਕ ਨੂੰ ਨਾਮ ਦੀ ਦਾਤ ਦੇ ਕੇ ਸੰਸਾਰ ਵਿੱਚੋਂ ਤੋਰਨ ਇਹ ਮੇਰੀ ਬੇਨਤੀ ਹੈ ਸਾਰਿਆਂ ਦੀ ਬੁੱਧੀ ਜਿਹੜੀ ਸਵੱਛ ਕਰ ਦੇਣ ਪਿਆਰੀ ਸਾਧ ਸੰਗਤ ਇਸ ਤੋਂ ਬਿਨਾਂ ਹੋਰ ਮੰਗਣਾ ਵੀ ਕੀ ਚਾਹੀਦਾ ਹੈ ਸਿਰ ਦੁੱਖਾਂ ਦੇ ਦੁੱਖ ਪਿਆਰਿਆ ਨਾਮ ਬਿਨਾਂ ਹੋਰ ਮੰਗਣਾ ਕੀ ਸੰਸਾਰ ਵਿੱਚ ਹੋਰ ਮੰਗਣਾ ਕੀ ਹੈ ਇਹ ਸਾਰਾ ਸੰਸਾਰ 'ਚ ਹੋਰ ਸਭ ਦੁੱਖਾਂ ਦਾ ਕਾਰਨ ਹੈ ਇਸ ਕਰਕੇ ਨਾਮ ਬੇੜੀ ਸੰਤ ਮਿਲਾ ਪਾਰ ਲੰਘਾਉਂਦੇ ਖਾਮ ਖਾ ਜਿੰਦੇ ਕੋਈ ਗੱਲ ਕੀ ਰਿਸ਼ਤੇਦਾਰੀ ਨਹੀਂ ਕੋਈ ਮਤਲਬ ਨਹੀਂ ਤੇ ਕੀ ਕਰਦੇ ਨੇ ਨਾਮ ਦੇ ਬੇੜੇ 'ਤੇ ਚਾੜ ਕੇ ਕੀ ਕਰਦੇ ਨੇ ਸੰਸਾਰ ਸਾਗਰ ਤੋਂ ਪਾਰ ਕਰਕੇ ਆਪ ਨਿਕਲ ਜਾਂਦੇ ਨੇ ਤੇ ਅਗਲੇ ਨੂੰ ਵੀ ਤਾਰ ਦਿੰਦੇ ਨੇ ਇਸ ਕਰਕੇ ਥੋੜ੍ਹਾ ਸਮਾਂ ਕੱਢ ਕੇ ਨਾਮ ਜਪਿਆ ਕਰੋ ਇਹ ਗੁਰੂ ਮਹਾਰਾਜ ਦੀ ਕਥਾ ਲਗਾਤਾਰ ਚੱਲੇਗੀ ਹੁਣ ਫਿਰ ਗੋਸਵਾਮੀ ਜੀ ਮਹਾਰਾਜ ਦੀ ਕਥਾ ਚੱਲੇਗੀ ਇਸ ਕਰਕੇ ਗੱਲ ਕੀ ਇਹ ਜਿੰਨਾ ਸੁਣੋਗੇ ਉਹਨਾਂ ਸਮਾਂ ਤੁਹਾਡਾ ਲੇਖੇ ਵਿੱਚ ਅਤੇ ਨਾਲੇ ਸਾਡੇ ਮਨ ਨੂੰ ਥੋੜ੍ਹੀ ਸ਼ਰਮ ਆਏਗੀ ਅਸੀਂ ਕੀ ਕਰ ਰਹੇ ਹਾਂ ਅਤੇ ਗੁਰੂ ਮਹਾਰਾਜ ਕੀ ਸਮਝਾ ਕੇ ਗਏ ਨੇ ਬੋਲੋ ਸ਼੍ਰੀ ਸਤਿਗੁਰੂਦੇਵ ਮਹਾਰਾਜ ਕੀ ਜੈ।